ਇੱਕ ਮਾਸਹਾਰੀ ਇੱਕ ਤ੍ਰਿਣ ਖਾਹੀ। ਕਿਵੇਂ ਗ੍ਰਾਹ ਦਿੰਦਾ ਹੈ, ਭੋਜਨ ਦਿੰਦਾ ਹੈ, ਕਹਿੰਦੇ ਜਿਹੋ ਜਿਹਾ ਕੋਈ ਹੈ। ਇੱਕ ਮਾਸਾਹਾਰੀ ਜੀਵ ਹੈ, ਇੱਕ ਕਹਿੰਦੇ ਜਿਹੜੇ ਕੋਈ ਤ੍ਰਿਣ ਹਨ, ਘਾਹ ਪੱਠਾ ਧੀਲਾ ਛਕਦੇ ਹਨ। ਇੱਕ ਨਾ ਛਤੀ ਅੰਮ੍ਰਿਤ ਪਾਹੇ। ਇੱਕ ਨਾ ਦੇ ਤਾਈ ਜਿਹੜੇ 36 ਪ੍ਰਕਾਰ ਦੇ ਅੰਮ੍ਰਿਤਮਈ ਜਿਹੜੇ ਭੋਜਨ ਹਨ ਉਹ ਪਾਹੇ ਕੀਏ ਪ੍ਰਾਪਤ ਹੁੰਦੇ ਹਨ। ਇੱਕ ਮਿਟਿਆ ਮਹਿ ਮਿਟਿਆ ਖਾਹੇ। ਇੱਕ ਜਿਹੜੇ ਮਿੱਟੀ ਵਿੱਚ ਹੀ ਰਹਿੰਦੇ ਹਨ, ਮਹਿ ਨਾ ਵਿਚਦਾ ਹੈ। ਇੱਕ ਮਿੱਟੀ ਵਿੱਚ ਹੀ ਰਹਿੰਦੇ ਹਨ ਤੇ ਮਿੱਟੀਆ ਖਾਏ, ਮਿੱਟੀ ਹੀ ਖਾਂਦੇ ਹਨ। ਇੱਕ ਪੌਣ ਸਮਾਰੀ ਪੌਣ ਸਮਾਰ। ਇੱਕ ਪੌਣ ਦੀ ਸਮਾਰੀ ਕੀ ਗਿਣਤੀ ਕਰਨ ਵਾਲੇ, ਜਿਵੇਂ ਯੋਗਾ ਅਭਿਆਸੀ ਲੋਕ ਸਵਾਸਾਂ ਦੀ ਗਿਣਤੀ ਕਰਦੇ ਰਹਿੰਦੇ ਤੇ ਪੌਣ ਨਹੀਂ ਸੰਭਾਲਦੇ ਹਨ, ਪੌਣ ਨਹੀਂ ਭਖਦੇ ਹਨ। ਸੋ ਹਵਾ ਪੌਣਾ ਹਾਰੀ ਹਨ, ਇੱਕ ਪੌਣ ਸੰਭਾਰੀ ਹੈ। ਸਵਾਸਾਂ ਦੀ ਗਿਣਤੀ ਕਰਨ ਵਾਲੇ ਹੈ ਤੇ ਪੌਣ ਨਹੀਂ ਭਖਣ ਵਾਲੇ ਹਨ। ਇੱਕ ਨਿਰੰਕਾਰੀ ਨਾਮ ਆਧਾਰ। ਪੌਣ ਸੰਭਾਰੀ ਦਾ ਅਰਥ ਜਿਹੜੇ ਪੌਣ ਦੀ ਗਿਣਤੀ ਕੌਣ ਕਰਨ ਵਾਲੇ, ਯੋਗਾ ਅਭਿਆਸੀ ਲੋਕ, ਪ੍ਰਾਣਾਯਾਮ ਕਰਨ ਵਾਲੇ। ਇੱਕ ਪੌਣਾ ਹਾਰੀ ਯੋਗਾ ਅਭਿਆਸੀ ਹੈ, ਉਹ ਪੌਣ ਦੀ ਗਿਣਤੀ ਸਵਾਸਾਂ ਦੀ ਗਿਣਤੀ ਕਰਦੇ ਹੈ ਤੇ ਪੌਣ ਹੀ ਭਗਦੇ ਹੈ, ਸਵਾਸਾਂ ਦੇ ਆਸਰੇ ਜਾਂਦੇ ਰਹਿੰਦੇ। ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਕਹਿੰਦੇ ਨਿਰੰਕਾਰ ਦੇ ਨਾਮ ਦੇ ਆਸਰੇ ਹੀ ਰਹਿੰਦੇ ਹਨ। ਉਹਨਾਂ ਦਾ ਨਾਮ ਹਮਾਰਾ ਭੋਜਨ ਭਾਵ, ਨਾਮ ਹਮਾਰਾ ਮਨ ਕਾ ਸੁਆਓ ਹੈ। ਸਭ ਕੁਛ ਉਹਨਾਂ ਦਾ ਨਾਮ ਹੀ ਨਾਮ ਹੈ। ਕਈ ਆ ਜਿਹੜੇ ਕੋਈ ਨਰਕ ਧਾਰੀਏ, ਇਹਨਾਂ ਨੇ ਵੀ ਆਪਣਾ ਨਾਂ ਜਾਂ ਨਿਰੰਕਾਰ ਕੇ ਰਖਾ ਕੇ ਤੇ ਕਹਿੰਦੇ ਖਾਓ ਜਿੰਨਾ ਮਰਜ਼ੀ, ਰੱਜ ਰੱਜ ਕੇ ਮਾਰ ਪੀਓ ਜਿੰਨੀ ਮਰਜ਼ੀ, ਰੱਜ ਰੱਜ ਕੇ ਸ਼ਰਾਬ, ਕਹਿੰਦੇ ਸਭ ਪਾਸੇ ਨਿਰੰਕਾਰ ਹੈ। ਨਿਰੰਕਾਰ ਕਹਿੰਦੇ ਕੋਈ ਐਸੀ ਵਸਤੂ ਨਹੀਂ ਹੈ। ਉਹ ਆਪਣਾ ਦੋਵੇਂ ਪਾਸੇ ਹੱਸ ਜੇ ਕਰਕੇ ਨਾ ਹੈ। ਕਹਿੰਦੇ ਆ ਜਿਹੜੀ ਵਿਚਾਰਲੀ ਜਗ੍ਹਾ ਨਾ ਪੁਲਾੜ ਹੈ, ਖਾਲੀ ਜਗ੍ਹਾ, ਇਹਦਾ ਨਾਂ ਕਹਿੰਦੇ ਨਿਰੰਕਾਰ ਹੈ। ਆ ਇਹਨਾਂ ਨਰਕ ਧਾਰੀਆਂ ਦਾ ਨਿਰੰਕਾਰ ਹੈ। ਹੱਥ ਜੇ ਕਰਕੇ ਵਿਚਾਲੇ ਕਹਿੰਦੇ ਜਿਹੜੀ ਵਿਚਾਰਲੀ ਜਗ੍ਹਾ ਨਾ ਪੁਲਾੜ ਹੈ, ਖਾਲੀ ਹੈ, ਕਹਿੰਦੇ ਇਹ ਨਿਰੰਕਾਰ ਹੈ। ਇਸ ਕਰਕੇ ਨਿਰੰਕਾਰ ਸਾਨੂੰ ਕੁਝ ਨਹੀਂ ਕਹਿੰਦਾ ਹੈ, ਖਾਓ ਪੀਓ ਜੋ ਠੀਕ ਠਾਕ ਹੈ। ਇਸ ਤਰ੍ਹਾਂ ਇੱਕ ਉਹ ਤਾਂ ਨਰਕ ਧਾਰੀਏ ਨਾ ਨਿਰੰਕਾਰ ਰਖਾਇਆ ਸੀ। ਇੱਧਰ ਹੈ ਵੀ ਇੱਕ ਨਿਰੰਕਾਰ ਦੇ ਉਪਾਸਕ ਨਾਮ ਦੇ ਆਸਰੇ ਰਹਿੰਦੇ ਹਨ, ਨਾਮ ਦਾ ਹੀ ਉਹਨਾਂ ਦਾ ਭੋਜਨ ਹੁੰਦਾ ਹੈ। ਜੀਵੈ ਦਾਤਾ ਮਰੈ ਨਾ ਕੋ। ਉਹ ਜਿਹੜਾ ਦਾਤਾ ਵਾਹਿਗੁਰੂ ਉਹ ਦਿੰਦਾ ਹੈ, ਜਿਸ ਕਰਕੇ ਸਾਰੇ ਜਿਉਂਦੇ ਆ, ਕੋਈ ਵੀ ਨਹੀਂ ਮਰਦਾ ਉਹਦੇ ਦਿੰਦਿਆਂ ਹੋਇਆ। ਨਾਨਕ ਮੁਠੇ ਜਾਹੇ ਨਾਹੀ ਮਨ ਸੋ। ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਹੈ ਨਹੀਂ ਹੈ, ਉਹ ਕਾਮ ਆਦਿਕਾਂ ਕਰਕੇ ਇੱਥੇ ਜੀਵ ਮੁੱਠੇ ਕੀਏ ਲੁੱਟੇ ਪੁੱਟੇ ਜਾਂਦੇ ਹਨ। ਪੌੜੀ ਪੂਰੇ ਗੁਰ ਕੀ ਕਾਰ। ਪੂਰੇ ਸਤਿਗੁਰੂ ਦੀ ਜੋ ਭਗਤੀ ਰੂਪੀ ਕਾਰ ਹੈ, ਕਰਮ ਕਮਾਈ ਹੈ। ਕਰਮ ਕੀ ਹੈ, ਬਖਸ਼ਿਸ਼ ਰਾਹੀਂ ਹੀ ਕਮਾਈ ਜਾਂਦੀ ਹੈ। ਕਰਮ ਨਾਲ ਨਿਸ਼ਕਾਮ ਕਰਮ ਹੋਣ ਕੀਤੇ ਹੋਏ ਫੇਰ ਕਮਾਈ ਜਾਂਦੀ ਹੈ। ਸਕਾਮੀ ਗੁਰੂ ਕੀ ਭਗਤੀ ਰੂਪੀ ਕਾਰ ਨੂੰ ਨਹੀਂ ਕਮਾ ਸਕਦਾ ਹੈ। ਉਹ ਤਾਂ ਕਾਮਲਾ ਲਈ ਸਾਰਾ ਕੁਛ ਕਰਦਾ ਹੈ। ਉਹ ਪੂਰੇ ਗੁਰੂ ਦੀ ਜਿਹੜੀ ਭਗਤੀ ਰੂਪੀ ਦੱਸੀ ਹੋਈ ਹੈ ਨਾ ਕਾਰ, ਉਹ ਜੇ ਕਰਮ ਕੀ ਨਿਸ਼ਕਾਮ ਕਰਮ ਕੀਤੇ ਹੋਣ, ਨਿਸ਼ਚਿਤ ਕਰਮ ਕੀਤੇ ਹੋਣ, ਫੇਰ ਉਹਨੂੰ ਕਮਾ ਸਕੀਦਾ ਹੈ। ਗੁਰਮਤੀ ਆਪ ਗਵਾਏ। ਗੁਰੂ ਕੀ ਮਤ ਰਾਹੀਂ ਆਪਾ ਭਾਵ ਗਵਾ ਕੇ ਨਾਮ ਧਿਆਈਐ। ਫੇਰ ਹੀ ਸਹੀ ਮੈਨਾ ਵਿੱਚ ਵਾਹਿਗੁਰੂ ਦਾ ਨਾਮ ਧਿਆ ਸਕੀਦਾ, ਧਿਆਈਦਾ ਹੈ। ਦੂਜੀ ਕਾਰ ਲੱਗ। ਇਸ ਤੋਂ ਬਗੈਰ ਜਿਹੜੀ ਕੋਈ ਦੂਸਰੀ ਕਾਰ ਹੈ, ਕੁੜੀ ਗੁੱਗਿਆਂ ਨੂੰ ਮੰਨ ਲਿਆ, ਮਟੀਆਂ ਨੂੰ ਮੱਥੇ ਟੇਕ ਲਏ, ਕਬਰਾਂ ਤੇ ਜਾ ਸਿਰ ਲਗਾਇਆ, ਇਸੇ ਤਰ੍ਹਾਂ ਲਾਲਾਂ ਵਾਲੇ ਨੂੰ ਮੰਨ ਲਿਆ, ਕਿਤੇ ਇੱਧਰ ਮਲੇਰ ਕੋਲੇ ਜਾ ਕੇ ਦੂਜੀ ਕਾਰ ਹੈ। ਭਗਤੀ ਤੋਂ ਬਗੈਰ ਦੂਸਰੀ ਕਾਰ ਹੈ। ਇਹਦੇ ਵਿੱਚ ਲੱਗ ਕੇ ਜਨਮ ਗਵਾਈਐ। ਗੁਰੂ ਜੀ ਕਹਿੰਦੇ ਮਨੁੱਖਾ ਜਨਮ ਵਿਅਰਥ ਗਵਾ ਲਈਦਾ ਹੈ। ਬਿਨ ਨਾਵੇ
ਸਭ ਵਿਸ। ਬਿਨਾ ਪਰਮੇਸ਼ਰ ਦੇ ਨਾਮ ਤੋਂ ਸਭ ਕੁਛ ਵਿਸ ਕੀਏ ਜ਼ਹਿਰ ਰੂਪ ਹੀ ਹੈ। ਪੈਜੈ ਖਾਈਐ ਜੋ ਮਨੁੱਖ ਪਹਿਜਾ ਕੀਏ ਪਹਿਨਦਾ ਤੇ ਖਾਈਆ ਕੀਏ ਖਾਂਦਾ ਹੈ। ਸੱਚਾ ਸ਼ਬਦ ਸਾਲਾਹੇ ਜੋ ਸੱਚਾ ਗੁਰੂ ਕਾ ਸ਼ਬਦ ਉਪਦੇਸ਼ ਇਹਦੀ ਸਲੋਤਾ ਕਰਦੇ ਰਹੀਏ ਸਲਾਉਣ ਦੇ ਨਾਲ ਸੱਚ ਸਮਾਈਐ ਸੱਚ ਸਰੂਪ ਦੇ ਵਿੱਚ ਹੀ ਸਮਾ ਜਾਈਦਾ ਹੈ। ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ। ਗੁਰੂ ਜੀ ਕਹਿੰਦੇ ਹੈ ਬਿਨਾਂ ਸਤਿਗੁਰੂ ਦੀ ਸੇਵਾ ਭਗਤੀ ਕੀਤੀਆਂ ਸੁਖ ਸਰੂਪ ਵਾਹਿਗੁਰੂ ਵਿੱਚ ਨਿਵਾਸ ਨਹੀਂ ਹੋ ਸਕਦਾ ਹੈ। ਫਿਰ ਆਈਐ ਮੁੜ ਮੁੜ ਕੇ ਆਈਦਾ ਤੇ ਜਾਈਦਾ ਹੈ ਸੰਸਾਰ ਵਿੱਚ। ਦੁਨੀਆ ਖੋਟੀ ਰਾਸ ਇਹ ਜਿਹੜੀ ਦੁਨੀਆ ਕੀ ਹੈ ਸ੍ਰਿਸ਼ਟੀ ਇਹਦੀ ਕੋਈ ਜਿਹੜੀ ਰਾਸ ਕੀ ਸ਼ਰਧਾ ਖੋਟੀ ਹੈ ਭੈੜੀ ਰਾਸ ਹੈ ਭੈੜੀ ਸ਼ਰਧਾ ਹੈ। ਗਲਤ ਲੋਕਾਂ ਤੇ ਭੈੜਿਆਂ ਤੇ ਜਿਹੜੇ ਕੋਈ ਮਾੜੇ ਕੋਈ ਗਧੇ ਤੇ ਚੜ੍ਹਨ ਵਾਲਾ ਹੈ ਕੋਈ ਇਸੇ ਤਰ੍ਹਾਂ ਬਲ ਦੇ ਚੜਿਆ ਫਿਰ ਉਹਨਾਂ ਦੀ ਸ਼ਰਧਾ ਰੱਖੀ ਫਿਰਦੇ ਆਏ। ਕੂੜ ਕਮਾਈ ਹੈ ਇਸ ਕਰਕੇ ਝੂਠ ਦੀ ਕਮਾਈ ਕਰਦੇ ਇਸ ਤਰ੍ਹਾਂ ਇਹ ਖੋਟੀ ਸ਼ਰਧਾ ਕਰਕੇ ਭੈੜਿਆਂ ਉੱਪਰ ਭੈੜੀ ਸ਼ਰਧਾ ਕਰਕੇ ਤਾਂ ਕੂੜੀ ਕਮਾਈ ਦਾ ਹੈ। ਨਾਨਕ ਸੱਚ ਖਰਾ ਸਾਲਾ। ਗੁਰੂ ਜੀ ਕਹਿੰਦੇ ਸੱਚ ਜਿਹੜਾ ਹੈ ਨਾ ਉਹ ਖਰਾ ਕੀਏ ਬੜਾ ਉਹਨੂੰ ਚੰਗੀ ਤਰ੍ਹਾਂ ਸਲਾਉਂਦੇ ਰਹੀਏ ਉਹ ਸੱਚ ਸਰੂਪ ਨੂੰ ਚੰਗੀ ਤਰ੍ਹਾਂ ਸਲਾਉਂਦੇ ਰਹੀਏ। ਬਾਤ ਸਿਉ ਜਾਈਐ ਫਿਰ ਵੀ ਬੜੀ ਇੱਜ਼ਤ ਅਬਰੋ ਨਾਲ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਚਲੇ ਜਾ ਸੀਦਾ ਹੈ। ਹੇਰੇ ਸਿਰੇ ਦਰਗਾਹ ਕਹਿ ਨਾ ਕੋ ਆਓ ਵੈਸ਼ ਆਦਰ ਸੋ ਦੇਵ ਵਾਲੀ ਗੱਲ ਬਣ ਜਾਂਦੀ ਹੈ। ਜੈ ਜਾਈਏ ਤਹਾਂ ਸਹੇਲੇ ਕਰ ਕਿਰਪਾ ਪ੍ਰਭ ਮੇਲੇ। ਇੱਥੇ ਵੀ ਜਿੱਧਰ ਵੀ ਜਾਂਦਾ ਉੱਥੇ ਸੁਖੀ ਸਹੇਲੇ ਹੈ। ਤੇ ਇਸੇ ਤਰ੍ਹਾਂ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ ਉੱਥੇ ਵੀ ਚਲੇ ਜਾਏ ਉਹ ਵੀ ਐਸੇ ਲੱਗ ਜਾਓ ਇੱਜ਼ਤ ਨਾਲ ਜਾਏਗਾ ਹੈ। ਹੋਈ ਪੌੜੀ ਇੱਥੇ ਸੰਪੂਰਨ ਹੋਈ ਹੈ। ਸ਼ਲੋਕ ਦੀ ਵਿਚਾਰ ਵੀ ਸੰਪੂਰਨ ਹੋ ਗਈ ਹੈ। ਸਮਾਂ ਵੀ ਜਿੰਨਾ ਕੁ ਨਿਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ ਹੈ। ਅਗਲੇ ਸ਼ਲੋਕ ਦੀ ਪੌੜੀ ਸਹਿਤ ਵਿਚਾਰ ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਫਿਰ ਗੁਰੂ ਮਹਾਰਾਜ ਦੀ ਚਰਨ ਸਰਨ ਵਿੱਚ ਸੰਗਤ ਨੂੰ ਜੁੜ ਕੇ ਪ੍ਰਾਰੰਭ ਕਰਾਂਗੇ। ਲੋ ਹੁਣ ਇੱਥੇ ਹੀ ਆਪਾਂ ਇਹ ਆਖਰੀ ਤੁਕਾਂ ਪੜ੍ਹ ਕੇ ਸਤੋਤਰ ਤੋਂ ਬਾਅਦ ਅਰਦਾਸ ਵੀ ਜੁੜ ਗਏ ਜੀ। ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਾਲਾਹੇ ਪਤ ਸਿਉ ਜਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹੱਲਾ ਪਹਿਲਾ ਤੁਧ ਭਾਵੈ ਤਾ ਵਾਵਹਿ ਗਾਵਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਅਤਿਅੰਤ ਕਿਰਪਾ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਜਿੱਥੇ ਗੁਰਬਾਣੀ ਦਾ ਕੁਝ ਸਮਾਂ ਕੀਰਤਨ ਸੁਣਦੇ ਹਾਂ ਉੱਥੇ ਗੁਰਬਾਣੀ ਦੁਆਰੇ ਗੁਰਮਤਿ ਵਿਚਾਰਾਂ ਕਰਕੇ ਵੀ ਲਾਭ ਲੈਂਦੇ ਹਾਂ। ਅੱਜ ਵੀ ਗੁਰੂ ਮਹਾਰਾਜ ਦੀ ਮਿਹਰ ਹੋਈ ਕਿਰਪਾ ਹੋਈ ਹੈ। ਆਪਾਂ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਮਹਾਰਾਜ ਦੇ ਚਰਨ ਸ਼ਰਨ ਵਿੱਚ ਸ਼ਰਧਾ ਸਤਿਕਾਰ ਨਾਲ ਸੰਗਤ ਰੂਪ ਜੁੜ ਬੈਠੇ ਹਾਂ। ਕੀਰਤਨ ਤੋਂ ਉਪਰੰਤ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਇਹ ਮਾਝ ਦੀ ਬਾਰ ਦੇ ਵਿੱਚ ਪੌੜੀ ਦੇ ਨਾਲ ਸ਼ਲੋਕ ਉਚਾਰਨ ਹੋਇਆ ਹੈ। ਉਹਦਾ ਪਾਠ ਆਪਾਂ ਹੁਣੇ ਸੁਣਿਆ ਹੈ ਜਿਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਸਨਮੁਖ ਰੂਪ ਦੇ ਵਿੱਚ ਗੁਰੂ ਮਹਾਰਾਜ ਨੇ ਕੁਝ ਬਚਨ ਕਹੇ ਕਿ ਹੇ ਪਰਮੇਸ਼ਰ ਜਦੋਂ ਤੈਨੂੰ ਭਾਉਂਦਾ ਹੈ ਚੰਗਾ ਲੱਗਦਾ ਹੈ ਤਾਂ ਜਿਹੜੇ ਜੀਵ ਹੈ ਇਹ ਵਾਜੇ ਵਜਾਉਣ ਲੱਗ ਪੈਂਦੇ ਆ ਖੁਸ਼ੀਆਂ ਵਿੱਚ ਤੇ ਗਾਉਣ ਲੱਗ ਪੈਂਦੇ। ਇਸੇ ਤਰ੍ਹਾਂ ਜਦੋਂ ਤੈਨੂੰ ਕਿਤੇ ਭਾਉਂਦਾ ਹੈ
ਇਹ ਬਾਜੇ ਵਜਾਉਣੇ ਛੱਡ ਕੇ, ਗਾਉਣਾ ਛੱਡ ਕੇ ਇਹ ਜਲ ਵਿੱਚ ਨਹਾਉਣ ਲੱਗ ਪੈਂਦੇ। ਬਾਬਾ ਡੋਲਦੀ ਇਹ ਕਿਰਿਆ ਜਿਵੇਂ ਤੈਨੂੰ ਪਾਉਂਦਾ ਉਹ ਬਦਲੀ ਤੁਰੇ ਜਾਂਦੇ। ਅਸਲ ਰੂਪ ਦੇ ਵਿੱਚ ਜਿਹੜੇ ਕੋਈ ਜਦੋਂ ਤੈਨੂੰ ਪਾਉਂਦਾ ਹੈ ਨਾ, ਫਿਰ ਉਹਨਾਂ ਨੂੰ ਨਾਮ ਦੇ ਵਿੱਚ ਰਚਾਉਂਦਾ ਹੈ, ਨਾਮ ਵਿੱਚ ਲੀਨ ਕਰਦਾ ਹੈ। ਬਾਕੀ ਤਾਂ ਕਰਦੇ ਤਾਂ ਭਾਵੇਂ ਸਾਰੇ ਭਾਣੇ ਵਿੱਚ ਹੀ ਹੈ, ਪਰ ਇਹ ਹਰ ਇੱਕ ਕਹਿੰਦੇ ਜਿਹੜਾ ਐਵੇਂ ਕੂੜ ਹੀ ਕਮਾਉਂਦੇ ਹੈ, ਐਵੇਂ ਨਿਸ਼ਫਲੇ ਕਰਦੇ ਨੇ। ਉਹ ਜਿਹੜਾ ਤੈਨੂੰ ਭਾਉਂਦਾ ਹੈ ਉਹਦਾ ਇਹ ਗਾਇਆ ਹੋਇਆ ਵੀ ਸਫਲ ਹੈ, ਸਾਜ਼ਾਂ ਦਾ ਵਜਾਇਆ ਵੀ ਸਫਲ ਹੁੰਦਾ ਹੈ, ਜਲ ਵਿੱਚ ਇਸ਼ਨਾਨ ਕੀਤਾ ਵੀ ਸਫਲ ਹੁੰਦਾ ਹੈ। ਹੁੰਦਾ ਸਭ ਕੁਛ ਤੇਰੇ ਭਾਣੇ ਵਿੱਚ ਹੈ। ਪਰ ਜਦੋਂ ਤੈਨੂੰ ਐਸਾ ਭਾਉਂਦਾ ਹੈ ਫਿਰ ਤੂੰ ਕਿਸੇ ਨੂੰ ਨਾਮ ਵਿੱਚ ਲੀਨ ਕਰਦਾ, ਨਾਮ ਵਿੱਚ ਰਚਾ ਦਿੰਦਾ ਹੈ। ਫਿਰ ਉਹਦਾ ਇਹ ਸਾਰਾ ਕੁਛ ਕਰਿਆ ਕਰਾਇਆ ਹੋਇਆ, ਇਸ਼ਨਾਨ ਕੀਤਾ ਹੋਇਆ ਵੀ, ਗਾਇਆ ਹੋਇਆ ਵੀ, ਵਜਾਇਆ ਹੋਇਆ ਵੀ, ਹੋਰ ਜੇ ਕੋਈ ਸਿੰਘੀ ਆਦਿਕ ਲੈ ਕੇ ਉਹ ਨਾਦ ਵਜਾਉਂਦਾ ਹੈ, ਕੋਈ ਧੁਨੀ ਕਰਦਾ ਹੈ, ਉਹ ਵੀ ਕਿਸੇ ਰੂਪ ਵਿੱਚ ਉਹ ਸਫਲੀ ਹੀ ਮੰਨੀ ਜਾਂਦੀ ਹੈ। ਜੇ ਐਵੇਂ ਹੀ ਉਹ ਸਿੰਘ ਜਾ ਲੈ ਕੇ ਹਰਨ ਦਾ ਫੂਕ ਜੀ ਮਾਰ ਕੇ ਵਜਾਈ ਤੁਰਿਆ ਜਾਵੇ, ਤੇ ਨਾਮ ਦੇ ਵਿੱਚ ਰਚਿਆ ਨਾ ਹੋਵੇ, ਫਿਰ ਉਹ ਐਵੇਂ ਕੂੜ ਹੈ। ਸੋ ਆਪ ਜੀ ਇਹ ਸ਼ਲੋਕ ਰਾਹੀਂ ਬੜਾ ਖੋਲ ਖੋਲ ਕੇ ਬਿਆਨ ਕਰ ਰਹੇ ਹਨ। ਬੁੱਧ ਭਾਵੈ ਭਾਵੈ ਗਾਵੈ। ਇਹ ਪਰਮੇਸ਼ਰ ਜਦੋਂ ਤੈਨੂੰ ਭਾਉਂਦਾ ਹੈ, ਤੁਧ ਭਾਵੈ, ਤੈਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਤਾਂ ਵਾਵੈ ਗਾਵੈ। ਤਾਂ ਜਿਹੜੇ ਜੀਵ ਹੈ ਵਾਵੈ ਨੂੰ ਵਜਾਉਣ ਦਾ ਹੈ। ਇੱਥੇ ਉਹ ਵਾਵੈ ਹੈ ਆਹੇ ਦੀ ਸਿਆਰੀ ਨਾਲ ਹੈ। ਵਿਆਕਰਨ ਦੇ ਜਿਹੜੇ ਕੋਈ ਨਿਯਮਾਂ ਦੇ ਜਾਣੂ ਹੈ ਉਹ ਕਹਿੰਦੇ ਵੀ ਇਹ ਗਾਵੈ ਹੈ ਤੇ ਵਾਵੈ ਇਹ ਬਹੁ ਵਚਨ ਰੂਪ ਦੇ ਵਿੱਚ ਹੈ। ਇਸ ਕਰਕੇ ਵੀ ਇਹ ਕੋਈ ਗਾਉਂਦਾ ਹੈ ਜਾਂ ਵਜਾਉਂਦਾ ਨਹੀਂ ਹੈ, ਵੀ ਵਜਾਉਂਦੇ ਹਨ, ਗਾਉਂਦੇ ਹਨ। ਇਸ ਤਰ੍ਹਾਂ ਅਰਥ ਵੀ ਉਹ ਸਫਲ ਹੁੰਦਾ ਹੈ, ਕਿਉਂਕਿ ਅੱਖਰ ਬਹੁ ਵਚਨ ਵਿੱਚ ਹਨ। ਇਹ ਅਰਥ ਵੀ ਬਹੁ ਵਚਨ ਵੀ ਰੂਪ ਵਿੱਚ ਹੀ ਕਰੀਏ, ਉਹ ਭਾਵ ਅਰਥ ਹੀ ਰਹਿ ਜਾਂਦਾ ਹੈ। ਜੇ ਭਲਾ ਕੋਈ ਗਾਉਂਦਾ ਹੈ ਜਾਂ ਵਜਾਉਂਦਾ ਕਰ ਤਾਂ ਇੱਕ ਵਚਨ ਹੈ। ਵਜਾਉਂਦੇ ਹਨ, ਗਾਉਂਦੇ ਹਨ, ਬਹੁਤੇ ਗਾਉਂਦੇ, ਬਹੁਤੇ ਗਾਉਂਦੇ ਹਨ। ਇਹ ਨਹੀਂ ਹੈ ਨਾ, ਹੋਰ ਤਾਂ ਕੁਛ ਨਹੀਂ ਇਹਦੇ ਵਿੱਚ। ਸੋ ਇਸ ਕਰਕੇ ਚਲੋ ਜਿਹੜੇ ਕੋਈ ਨੇਮ ਹੈ ਉਹਨਾਂ ਨੂੰ ਸਾਹਮਣੇ ਰੱਖ ਕੇ ਇਸ ਤਰ੍ਹਾਂ ਕਰ ਲਿਆ ਜਾਏ। ਕੋਈ ਐਸਾ ਨਹੀਂ ਹੈ ਵੀ ਇਹ ਅਰਥ ਦਾ ਅਨਰਥ ਹੋ ਗਿਆ ਹੈ, ਉਹ ਕਰ ਲਿਆ ਜਾਏ ਫਿਰ ਵੀ ਨਹੀਂ ਹੈ, ਕਿਉਂਕਿ ਸਿਧਾਂਤ ਤੇ ਭਾਵ ਅਰਥ ਤਾਂ ਉਹੀ ਰਹਿ ਜਾਂਦਾ ਹੈ। ਇਹ ਪਰਮੇਸ਼ਰ ਜਦੋਂ ਤੈਨੂੰ ਭਾਵੈ ਕਿ ਇਹ ਭਾਉਂਦਾ ਹੈ, ਤਾਂ ਇਹ ਜਿਹੜੇ ਜੀਵ ਹੈ ਤਰ੍ਹਾਂ ਤਰ੍ਹਾਂ ਦੇ ਸਾਜ਼ਾਂ ਨੂੰ ਵਜਾਉਂਦੇ, ਬਾਜੇ ਵਜਾਉਂਦੇ ਹਨ। ਜਦੋਂ ਤੈਨੂੰ ਭਾਉਂਦਾ ਫਿਰ ਸਾਜ਼ ਵਜਾਉਂਦੇ ਹੋਏ ਨਾਲ ਤਰ੍ਹਾਂ ਤਰ੍ਹਾਂ ਨੂੰ ਦੇ ਗੀਤਾਂ ਨੂੰ ਵੀ ਗਾਉਂਦੇ ਹਨ, ਆਪ ਜੀ ਦੇ ਜਸ ਨੂੰ ਵੀ ਗਾਉਂਦੇ ਹਨ। ਤੁਧ ਭਾਵੈ ਜਲ ਨਹਾਵੈ। ਇਹ ਪਰਮੇਸ਼ਰ ਜਦੋਂ ਤੁਧ ਕੀ ਤੈਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਤਾਂ ਇਹ ਜਿਹੜੇ ਜੀਵ ਹੈ ਇਹ ਜਲ ਵਿੱਚ ਨਹਾਉਣ ਲੱਗ ਪੈਂਦੇ, ਜਲ ਵਿੱਚ ਇਸ਼ਨਾਨ ਕਰਨ ਲੱਗ ਪੈਂਦੇ, ਜਲ ਨੂੰ ਬੜੀ ਮਹਾਨਤਾ ਦਿੰਦੇ। ਜਿਵੇਂ ਕਈ ਐਸੇ ਵੀ ਹੈਗੇ ਹੈ, ਉਹ ਜਦੋਂ ਸਿਆਲ ਦਾ ਮਹੀਨਾ ਆ ਜਾਂਦਾ ਹੈ ਫਿਰ ਬਹੁਤਾ ਜਲ ਵਿੱਚ ਇਸ਼ਨਾਨ ਕਰਦੇ ਆ, 100 ਘੜਾ ਸਿਰ ਵਿੱਚ ਪਾਉਂਦੇ ਆ ਠੰਡਾ ਪਾਣੀ ਦਾ। ਕਹਿੰਦੇ ਇਹ ਜਿਹੜਾ ਹੈ ਮਾਘ ਦੇ ਮਹੀਨੇ ਜਾਂ ਪੋਹ ਦੇ ਮਹੀਨੇ ਵਿੱਚ ਸਿਰ 'ਚ ਘੜਾ ਪਾਉਣਾ ਬੜਾ ਤਕੜਾ ਜਪ ਤਪ ਹੈ, ਇਹ ਕਠਿਨ ਤਪੱਛਿਆ ਹੈ।
इस तरह का वहम जा करके फिर जल विच ही नहाई पानी पवाई तुरे जाते। और कई बारी फिर ऐसा देख के सानू भुलेखा पैंदा भी बड़ा ये तप है, वो तेरे दिखावा है। भला जिमीदार रात नूं पानी नहीं लाते माघ दे महीने नंगे पैरी फिरी जाते पानी विच भी वो भी इशनान ही करी जाते। पर यह जड़ा कोई सामने हुंदा भी 100 कड़ा रात का ठंडा पानी का पा लिया है, कहते भी ये बड़ा तप कर रहा है। इस तरह जितना कोई चलो 100 कड़ा पानी का पुआ के जल विच नहा के वाहिगुरू वाहिगुरू करे, फिर तो चलो कोई लेखे विच नाम दा जाप है ना नाल। जे एवें कोई करी कराई जाए फिर तो अन्य कोई फायदा है। फिर तो वो चलो इन्हें 100 कड़ा पुआया है, जेडे जल दे जीव है उन्होंने सारा सियाल ही पानी विच रहना है। ये तो 100 कड़ा है, घंटा 2 घंटे पुआओ उदों बाद तो नहीं ना। जे हड़ सौण दे महीने चाहे सियाले की रुत विच वेख लो किन्ना पानी ठंडा हो जाता। कई बारी कक्खड़ पैण करके पानी बर्फ बन जाता, जम जाता है। फिर भी उहदे विच जिहड़े जीव है जिहड़े जल वाले हैं उहदे विच ही नहाई जाते, उहदे विच ही क्रीड़ा करते। फिर तो वो बहुत बड़े तपी हो गए, क्योंकि जल विचों नहाउंदे ने, सदा ही रहिंदे ने। इस करके महाराज जदों तेनू पाउंदा है तो ये जिहड़े जीव है ये जल विच ही नहाई तुरे जल इशनानी होई जांदे है। जा तुद भाव है ता कर है विभूता। जदों तेनू पाउंदे है जब पाउंदा है तो ये जिहड़े जीव है ना करे विभूता, विभूता नूं स्वाद है। कपड़े जे ला के ना सिर विच भी बाकी शरीर से कहते जी विभूति उन्होंने ला लेना करते, स्वाह मड़ लाना कहते। क्योंकि शरीर ने अखीर नूं स्वाह दी ढेरी होना है, स्वाह विच रलना है, स्वाह बनना है। इस करके शरीर से पहले ही स्वाह ला लो, जो बनना है उदों बने। अगले ने लकड़ा पा के बनाना है, तू पहला क्या स्वाह लाना, करे क्यों लुढ़ना शरीर नूं। परमेश्वर ने कैसा सोहना सुनखा शरीर दिता है, इन्हें साफ सुथरा रख के परमेश्वर का सिमरन कर। जरूर इनू एवं स्वाह नाल लपेट के रखना है। और क्यों कि परमेश्वर नूं ऐसे भारिया ने तरह तरह की रचना रख के तरह तरह की क्रिया करवानी है, वो जो संस्कार पा दिंदा है, फिर वो एं करी जाते ने। क्यों कोई अपने शरीर से जी भूत है सुहा उसनूं गधे वांगू लाउणा करदे हन। नाद वजाव है ते कई फिर जोगी बन के हथ विचों हरन दा सिंग जा लैके ते सिंगी राही यानी हरन दे वो जिहड़ा कोई छोटा जिहा सिंग उहनूं सिंगी हो गया, ਉਹਦੇ ਰਾਹੀਂ ਜਿਹੜਾ ਕੋਈ ਨਾਦ ਵਜਾਉਂਦੇ ਸ਼ਬਦ ਵਜਾਉਂਦੇ ਜਾਨੀ ਧੁਨੀ ਕਰਦੇ ਆਵਾਜ਼ੇ ਕਰਦੇ ਹਨ। ਜਾ ਤੁਧ ਭਾਵੈ ਤਾਂ ਪੜ੍ਹੈ ਕਤੇਬਾ। ਜਾਂ ਨਾਦ ਨੂੰ ਸੰਖ ਦਾ ਵੀ ਹੁੰਦਾ, ਕੋਈ ਸਿੰਗੀ ਵਜਾਉਂਦੇ ਹੈ ਉਹ ਹਰਨ ਦੇ ਸਿੰਘ ਨੇ ਵਿੱਚ ਫੂਕ ਜੀ ਮਾਰ ਕੇ, ਕੋਈ ਇਸੇ ਤਰ੍ਹਾਂ ਜਿਹੜਾ ਨਾਦ ਕੀ ਹੈ ਸੰਖ ਹੈ ਇਹਨੂੰ ਵਜਾਉਂਦੇ ਹੈ। ਇਸ ਤਰ੍ਹਾਂ ਮਹਾਰਾਜ ਸਿੰਗੀ ਨਾਦ ਵਜਾਵੇ, ਸਿੰਗੀ ਰਾਹੀਂ ਸ਼ਬਦ ਵਜਾਉਂਦੇ ਉਹ ਨਾਦ ਧੁਨੀ ਕਰਦੇ ਹਨ। ਜਾ ਤੁਧ ਭਾਵੈ ਤਾਂ ਪੜ੍ਹੈ ਕਤੇਬਾ। ਪਰਮੇਸ਼ਰ ਜਦੋਂ ਤੈਨੂੰ ਪਾਉਂਦਾ ਹੈ ਤਾਂ ਇਹ ਜਿਹੜੇ ਜੀਵ ਹੈ ਨਾ, ਕੋਈ ਜਿਹੜੀਆਂ ਮੁਸਲਮਾਨਾਂ ਦੀਆਂ ਕਿਤਾਬਾਂ ਹਨ, ਅੰਜੀਲ ਹੈ, ਕੁਰਾਨ ਹੈ, ਤੋਰੇਤ ਹੈ, ਜੰਬੂਰ ਹੈ, ਇਹਨਾਂ ਨੂੰ ਪੜ੍ਹਨ ਲੱਗ ਪੈਂਦੇ ਹਨ। ਕੁਰਾਨ ਵਿੱਚ ਜਿਹੜੇ 30 ਐਤਾਂ ਹਨ ਜਿਹੜੇ ਕੋਈ ਮਸਲੇ ਮੁਸਲੇ ਜੇ ਲਿਖੇ ਹੋਏ ਹੈ, ਵੀ ਕਿਸੇ ਨੂੰ ਢਿੰਗੋ ਜ਼ੋਰ ਨਾਲ ਵੀ ਜਿਹੜਾ ਕੋਈ ਮੁਸਲਮਾਨ ਬਣਾਉਣ ਉਹਨਾਂ ਦਾ ਬੜਾ ਸੁਭਾਅ ਹੈ, ਫੜ ਫੜ ਕੇ ਜੀ ਜ਼ਬਰਦਸਤੀ
ਕਿਸੇ ਦੀ ਉਹਨੂੰ ਸੁਨਤ ਕਰ ਦੇਣੀ, ਇਹਦਾ ਬੜਾ ਪੁੰਨ ਹੈ। ਇਸੇ ਤਰ੍ਹਾਂ ਜਿਹੜਾ ਕੋਈ ਕਾਫਰਾਂ ਨੂੰ ਮਾਰ ਮੁਕਾਉਣਾ ਹੈ, ਇਹ ਬੜਾ ਸੁਭਾਵ ਹੈ। ਇਹ ਜਿਹੜਾ ਕੋਈ ਕੰਮ ਕਰੇ ਛਤਰੇ ਕੱਟ ਕੇ ਇਹਨਾਂ ਦੀ ਖੁਦਾ ਦੇ ਨਾਮ ਤੇ ਬਲੀ ਦੇਣੀ ਹੈ, ਫਿਰ ਖਾਬ ਖੇਲਣਾ, ਇਹ ਵੀ ਬੜਾ ਸੁਭਾਵ ਹੈ। ਜਿਹੜਾ ਕਾਫਰਾਂ ਨੂੰ ਲੁੱਟ ਪੁੱਟ ਲੈਣਾ ਹੈ, ਇਹਨਾਂ ਦਾ ਮਾਲ ਧਨ ਖੋਹ ਲੈਣਾ ਹੈ, ਕਹਿੰਦੇ ਖੁਦਾ ਵੱਲੋਂ ਸਾਨੂੰ ਖੁੱਲ੍ਹ ਦਿੱਤੀ ਹੈ। ਇਹ ਕਰਨਾ ਮੁਸਲਮਾਨ ਲਈ ਬੜਾ ਸੁਭਾਵ ਹੈ, ਬੜਾ ਪੁੰਨ ਹੈ। ਇਸ ਤਰ੍ਹਾਂ ਕਹਿੰਦੇ ਪੁੱਤੇਬਾਂ ਪੜ੍ਹਦੇ ਹਨ ਤੇ ਇਹ ਕੁਛ ਕਰੀ ਜਾਂਦੇ ਹਨ। ਮੁੱਲਾ ਸੇਖ ਕਹਾਵਹਿ, ਤੇ ਫਿਰ ਆਪਣੇ ਆਪ ਨੂੰ ਅਸੀਂ ਜੀ ਮੁੱਲਾ ਹਾਂ। ਅਸੀਂ ਹੁਣ ਉੱਚੇ ਥਾਂ ਖੜ ਕੇ ਬਾਂਗਾਂ ਦਿੰਦੇ ਹਾਂ, ਖੁਦਾ ਨੂੰ ਸੁਣਾਉਂਦੇ ਹਾਂ ਤੇ ਲੋਕਾਂ ਨੂੰ ਕਹਿੰਦੇ ਵੀ ਖੁਦਾ ਦੇ ਚਿੰਤਨ ਕਰਨ ਦਾ ਸਮਾਂ ਹੋ ਗਿਆ ਹੈ। ਤੇ ਫਿਰ ਭਗਤਾਂ ਨੇ ਤਾਂ ਇਹ ਕਹਿ ਦਿੱਤਾ ਹੈ, ਮੁੱਲਾ ਮਨਾਰੇ ਕਿਆ ਚੜ੍ਹੇ ਸਾਈਂ ਨਾ ਬਹਿਰਾ ਹੋਏ। ਇਹ ਮੁੱਲਾ ਤੋਂ ਮਨਾਰੇ ਦੇ ਚੜ੍ਹ ਕੇ ਤੇ ਬਾਂਗਾ ਦਿੰਦਾ ਹੈ, ਉੱਚੀ ਉੱਚੀ ਬੋਲਦਾ ਹੈ। ਕੋਈ ਸਾਈਂ ਬਹਿਰਾ ਹੋ ਗਿਆ, ਕੋਈ ਬੋਲਾ ਹੋ ਗਿਆ ਵੀ ਉਹਨੂੰ ਸੁਣਦਾ ਨਹੀਂ ਹੈ। ਉਹ ਤਾਂ ਤੇਰੇ ਦਿਲ ਦੇ ਅੰਦਰ, ਹਿਰਦੇ ਦੇ ਅੰਦਰ ਹੀ ਹੈ। ਅੰਤਰਮੁਖ ਬਿਰਤੀ ਕਰਕੇ ਉਹਨੂੰ ਵੇਖ, ਮਨ ਨੂੰ ਅੰਦਰ ਨੂੰ ਕਰਕੇ ਨਾ ਉਹਨੂੰ ਵੇਖ ਲੈ, ਬਾਹਰ ਮੁਖੀ ਮਨ ਨੂੰ ਹਟਾ ਲੈ। ਇਸ ਕਰਕੇ ਵੀ ਕੋਈ ਆਪਣੇ ਆਪ ਨੂੰ ਮੁੱਲਾ ਕਹਾਉਂਦੇ ਹਨ। ਕੋਈ ਵੀ ਅਸੀਂ ਮੁਸਲਮਾਨਾਂ ਦੇ ਵਿੱਚੋਂ ਸੇਖ ਹਾਂ, ਬਿਰਧ ਜਾਤੀ ਵਾਲੇ ਹਾਂ। ਜਿਵੇਂ ਬ੍ਰਾਹਮਣ ਕਹਿੰਦੇ ਨਾ, ਅਸੀਂ ਬਿਰਧ ਜਾਤੀ ਵਾਲੇ, ਵੱਡੀ ਜਾਤੀ ਵਾਲੇ ਹਾਂ। ਮੁਸਲਮਾਨਾਂ ਵਿੱਚੋਂ ਵੀ ਜਿਹੜੇ ਕੋਈ ਹੈਗੇ, ਮੁਗਲ ਹੈ, ਪਠਾਨ ਹੈ, ਸੱਜਦ ਹੈ, ਇਹ ਜਿਹੜੇ ਸੇਖ ਜਾਤੀ ਵਾਲੇ, ਬਿਰਧ ਜਾਤੀ ਵਾਲੇ, ਉੱਤਮ ਜਾਤੀ ਵਾਲੇ ਕਹਾਉਂਦੇ ਹਨ। ਇਸ ਕਰਕੇ ਕੋਈ ਆਪਣੇ ਆਪ ਨੂੰ ਸਿੱਖ ਜਾਤੀ ਵਾਲੇ, ਬਿਰਧ ਜਾਤੀ ਵਾਲੇ, ਵੱਡੀ ਜਾਤ ਵਾਲੇ ਕਹਾਉਂਦੇ ਹਨ। ਜੀਵ ਜਾਤ ਤੁਧ ਭਾਵੈ ਤਾਂ ਹੋਵਹਿ ਰਾਜੇ, ਜਦੋਂ ਤੈਨੂੰ ਭਾਉਂਦਾ ਹੈ ਤਾਂ ਕਈ ਜਿਹੜੇ ਜੀਵ ਹੈ ਰਾਜੇ ਮਹਾਰਾਜੇ ਹੋ ਜਾਂਦੇ ਹਨ। ਰਸ ਕਸ ਬਹੁਤ ਕਮਾਵਹਿ, ਰਾਜੇ ਮਹਾਰਾਜੇ ਬਣ ਕੇ ਰਸ ਜਿਹੜੇ ਆ ਨਾ, ਉਹਨਾਂ ਨੂੰ ਕਸ ਖਿੱਚ ਖਿੱਚ ਕੇ ਬੜੇ ਉਹਨਾਂ ਨੂੰ ਕਮਾਉਂਦੇ, ਬੜਾ ਉਹਨਾਂ ਦਾ ਆਨੰਦ ਮਾਣਦੇ ਹਨ। ਜਿਹੜੇ ਕੋਈ ਕਸ ਖਿੱਚ ਕੇ ਕਿਸੇ ਵਿੱਚੋਂ ਰਸ ਕੱਢੇ ਹੋਣ, ਉਹਨਾਂ ਨੂੰ ਰਸ ਕਸ ਕਹਿੰਦੇ ਹਨ। ਜਿਵੇਂ ਜੂਸ ਜਿਹਾ ਹੈਗਾ, ਉਹ ਕਿਸੇ ਫਲ ਵਿੱਚੋਂ ਅਸੀਂ ਕਸ ਖਿੱਚ ਲੈਂਦੇ ਹਾਂ। ਇਸੇ ਤਰ੍ਹਾਂ ਜਿਹੜੀ ਕਿੱਕਰ ਦਾ ਸੱਕ ਜਿਹਾ, ਗੁੜ ਜਿਹਾ, ਇਹਦੇ ਵਿੱਚੋਂ ਵੀ ਅਸੀਂ ਖਿੱਚ ਲੈਂਦੇ ਰਸ ਜਿਹਾ। ਜਿਹੜਾ ਸ਼ਰਾਬ ਸ਼ੁਰੂ ਵੀ ਕਿਸੇ ਖਿੱਚ ਕੇ ਹੀ ਬਣਾਇਆ ਜਾਂਦਾ ਵਿੱਚੋਂ। ਉਹ ਜਿਹੜਾ ਕਿਸੇ ਚੀਜ਼ ਵਿੱਚੋਂ ਖਿੱਚਿਆ ਹੋਵੇ ਨਾ, ਉਹਨੂੰ ਰਸ ਕਹਿ ਦਿੰਦੇ ਨਾ। ਇਹਨਾਂ ਨੇ ਰੱਖ ਲਿਆ ਪੀਣ ਵਾਸਤੇ ਪੰਜ ਰਤਨੀ, ਨਾ ਬੜਾ ਵਧੀਆ ਰੱਖਿਆ ਤੇ ਕੰਮ ਇਹਦੇ ਦੇਖੋ ਸਾਰੇ ਪੁੱਠੇ ਹੈ, ਰਾਖਸ਼ਾਂ ਵਾਲੇ। ਰਤਨ ਬੜਾ ਵਧੀਆ ਹੈ, ਪੀ ਪੈਂਦਾ ਨਾ ਰਤਨ ਨੂੰ ਤੇ ਰਾਖਸ਼ ਬਣ ਜਾਂਦਾ ਹੈ। ਨਾ ਮਾਂ ਦੀ, ਨਾ ਧੀ ਦੀ, ਨਾ ਭੈਣ ਦੀ ਕੋਈ ਸਾਂਝ ਨਹੀਂ ਰੱਖਦਾ ਹੈ। ਸੋ ਇਸ ਤਰ੍ਹਾਂ ਕਹਿੰਦੇ ਕੋਈ ਜਦੋਂ ਤੈਨੂੰ ਭਾਉਂਦਾ ਹੈ ਤਾਂ ਜੀਵ ਰਾਜੇ ਹੋ ਜਾਂਦੇ, ਫਿਰ ਬੜੇ ਰਸ ਕਸ ਘੁਮਾਉਂਦੇ ਹਨ, ਬੜੇ ਇਹਨਾਂ ਰਸਾਂ ਕਹਾਂਦੇ, ਆਨੰਦ ਮਾਣਦੇ ਹਨ। ਸ਼ਰਾਬਾਂ ਸ਼ਰੂਬਾਂ ਪੀ ਪੂ ਕੇ ਬੜੇ ਬਦਫੈਲੀਆਂ ਕਰਦੇ ਹਨ। ਜਾ ਤੁਧ ਭਾਵੈ ਤੇਗ ਵਗਾਵਹਿ, ਜੋ ਤੈਨੂੰ ਭਾਉਂਦਾ ਹੈ ਤਾਂ ਇਹ ਜਿਹੜੇ ਜੀਵ ਹੈ ਮਾਰਾ ਸੂਰਬੀਰ ਬਣ ਕੇ ਤੇਗ ਨੂੰ ਵਗਾਉਂਦੇ ਆ, ਤੇਗਾਂ ਚਲਾਉਂਦੇ ਹਨ। ਉਹ ਕਹਿੰਦੇ ਕੱਕੇ ਨੂੰ ਔਂਕੜ ਨਹੀਂ ਹੈ, ਬਹੁ ਵਚਨ ਹੈ ਵੀ ਔਂਕੜ ਹੁੰਦਾ ਫਿਰ ਤੇਗ ਚਲਾਉਂਦਾ ਹੈ। ਵੀ ਬਗਾਵੇਂ ਸ਼ਬਦ ਤੇ ਤੇਗ ਬਹੁ ਵਚਨ ਵੀ ਤੇਗਾਂ ਚਲਾਉਂਦੇ, ਤਲਵਾਰਾਂ ਚਲਾਉਂਦੇ ਹਨ। ਸਿਰ ਮੁੰਡੀ ਕੱਟ ਜਾਵਹਿ, ਇਸ ਤਰ੍ਹਾਂ ਕਿਸੇ ਦੇ ਸਿਰ ਨੂੰ ਕੱਟ ਜਾਂਦੇ, ਵੱਢ ਜਾਂਦੇ। ਕਿਸੇ ਦੀ ਜਿਹੜੀ ਮੁੰਡੀ ਹੈ ਉਹ ਗਰਦਨ ਦਾ ਨਾਂ ਹੈ, ਗਰਦਨ ਤੋਂ ਕੱਟ ਜਾਂਦੇ। ਕਿਸੇ ਨੂੰ ਸਿਰ ਤੋਂ ਉੱਪਰੋਂ, ਸਿਰ ਤੋਂ ਵੱਢ, ਕਿਸੇ ਨੂੰ ਗਰਦਨ ਤੋਂ ਕੱਟ ਜਾਂਦੇ ਹਨ, ਵੱਢ ਦਿੰਦੇ ਹਨ। ਜਾ ਤੁਧ ਭਾਵੈ ਜਾਹਿਦ ਸੰਤਰ, ਜਦੋਂ ਤੈਨੂੰ ਭਾਉਂਦਾ ਹੈ ਤਾਂ ਇਹ ਜਿਹੜੇ ਜੀਵ ਹੈ
ਦੇਸ਼ਾਂਤਰ ਹੋਰ ਦੇਸ਼ਾਂ ਦੇ ਅੰਦਰ, ਦੇਸ਼ਾਂਤਰ ਹੋਰਨਾਂ ਦੇਸ਼ਾਂ ਦੇ ਅੰਦਰ ਚਲੇ ਜਾਂਦੇ ਬਾਹਰਲਿਆਂ ਦੇਸ਼ਾਂ ਵਿੱਚ। ਹੁਣ ਗੱਲਾਂ ਘਰ ਆਵਹਿ। ਫਿਰ ਉੱਥੋਂ ਕਹਿੰਦੇ ਅਜੀਬ ਤਰ੍ਹਾਂ ਦੀਆਂ ਗੱਲਾਂ ਜੀਆਂ ਸੁਣ ਕੇ ਘਰੇ ਆ ਜਾਂਦੇ। ਫਿਰ ਇੱਥੇ ਆ ਕੇ ਫੜਾ ਮਾਰਦੇ ਹੈ, ਉਹ ਦੇਸ਼ ਵਿੱਚ ਵੀ ਆਏ ਹੈ, ਉਹ ਵਿੱਚ ਵੀ ਆਏ ਹੈ, ਇੱਥੇ ਤਾਂ ਕੁਛ ਨਹੀਂ ਹੈ, ਉੱਥੇ ਮੱਖੀ ਹੈ ਨਹੀਂ ਹੈ, ਉੱਥੇ ਮੱਛਰ ਹੈ ਨਹੀਂ ਹੈ, ਉੱਥੇ ਧੂੜ ਹੈ ਨਹੀਂ ਹੈ, ਮੱਖੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਉੱਥੋਂ ਸੁਣ ਕੇ ਘਰੇ ਆ ਜਾਂਦੇ। ਫਿਰ ਇੱਥੇ ਫੜਾ ਮਾਰੀ ਤੁਰੇ ਜਾਂਦੇ ਹਨ। ਜਾ ਤੁਧ ਭਾਵੈ ਨਾਇ ਰਚਾਵਹਿ। ਇਹ ਪਰਮੇਸ਼ਰ ਜਦੋਂ ਤੈਨੂੰ ਭਾਉਂਦਾ ਹੈ ਤਾਂ ਫਿਰ ਤੂੰ ਕਿਸੇ ਜੀਵ ਨੂੰ ਨਾਮ ਦੇ ਵਿੱਚ ਰਚਾਉਂਦਾ ਹੈ। ਭਾਵ ਫਿਰ ਜੀਵ ਤੇਰੇ ਨਾਮ ਵਿੱਚ ਰਚਦੇ ਹਨ, ਜੁੜਦੇ ਹਨ। ਤੁਧ ਭਾਣੇ ਤੂੰ ਭਾਵਹਿ। ਇਹ ਪਰਮੇਸ਼ਰ ਜਦੋਂ ਤੈਨੂੰ ਤੇਰੇ ਭਾਣੇ ਵਿੱਚ ਚੱਲਦੇ ਹੈ ਤੂੰ ਭਾਵੈ, ਫਿਰ ਤੈਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ ਜੀਵ। ਨਾਨਕ ਏਕ ਕਹਿ ਬੇਨੰਤੀ। ਗੁਰੂ ਜੀ ਕਹਿੰਦੇ ਕਿ ਪਰਮੇਸ਼ਰ ਤੇਰੇ ਅੱਗੇ ਅਸੀਂ ਬੇਨਤੀ ਪੂਰਵਕ ਲਫ਼ਜ਼ ਕਹਿੰਦੇ ਹਾਂ। ਹੋਰ ਸਗਲੇ ਕੂੜ ਕਮਾਵਹਿ। ਮਹਾਰਾਜ ਜੋ ਪਿੱਛੇ ਲਿਖਿਆ ਨਾ ਵੀ ਇਹ ਜਿਹੜਾ ਕੋਈ ਨਹਾਉਂਦੇ ਭਾਵੇਂ ਪਾਉਂਦੇ ਤਾਂ ਤੈਨੂੰ ਹੀ ਹੈ, ਹੋਰ ਤਾਂ ਸਾਰੇ ਐਵੇਂ ਕੂੜ ਹੀ ਕਮਾਉਂਦੇ ਹੈ, ਐਵੇਂ ਕੂੜ ਦੀ ਕਮਾਈ ਕਰਦੇ ਆ। ਜਦੋਂ ਤੈਨੂੰ ਭਾਉਂਦਾ ਤਾਂ ਤੂੰ ਨਾਮ ਦੇ ਵਿੱਚ ਰਚਾਉਂਦਾ, ਨਾਮ ਵਿੱਚ ਲੀਨ ਕਰਦਾ ਹੈ, ਫਿਰ ਤੈਨੂੰ ਭਾਣੇ ਵਿੱਚ ਚੱਲਦੇ ਤੈਨੂੰ ਫਿਰ ਇਹ ਭਾਉਂਦੇ ਹਨ। ਇਹ ਤੋਂ ਬਗੈਰ ਤਾਂ ਬਾਕੀ ਜੋ ਹੈ ਨਾ ਭਾਵੇਂ ਤੈਨੂੰ ਤੇਰੇ ਭਾਣੇ ਵਿੱਚ ਹੀ ਹੈ ਭਾਉਂਦਾ, ਪਰ ਉਹ ਸਾਰੇ ਕੂੜ ਦੀ ਕਮਾਈ ਕਰਦੇ ਹਨ। ਮਹੱਲਾ ਪਹਿਲਾ। ਜਾ ਤੂੰ ਵੱਡਾ ਸਭ ਵਡਿਆਈਆਂ। ਇਹ ਪਰਮੇਸ਼ਰ ਜਦੋਂ ਤੂੰ ਸਾਰਿਆਂ ਤੋਂ ਵੱਡਾ ਹੈ ਤਾਂ ਸਭ ਤਰ੍ਹਾਂ ਦੀਆਂ ਵਡਿਆਈਆਂ ਵੀ ਤੇਰੇ ਵਿੱਚ ਹੀ, ਤੇਰੇ ਹੀ ਕੋਲ ਹਨ। ਚੰਗਾ ਚੰਗਾ ਹੋਈ। ਇਹ ਪਰਮੇਸ਼ਰ ਜਦੋਂ ਤੂੰ ਚੰਗਾ ਹੈ ਫਿਰ ਤੇਰੇ ਚੰਗੇ ਕਰਕੇ ਸਭ ਕੁਝ ਚੰਗਾ ਹੀ ਹੋ ਰਿਹਾ ਹੈ। ਜੇ ਤੂੰ ਮੰਦਾ ਹੋਵੇ ਤੇਰੇ ਕੋਲ ਸਾਰਾ ਮੰਦਾ ਹੋਵੇ। ਤੂੰ ਬਹੁਤ ਚੰਗਾ ਹੈ, ਇਸ ਕਰਕੇ ਤੇਰੇ ਚੰਗੇ ਕਰਕੇ ਜੋ ਕੁਛ ਵੀ ਹੋ ਰਿਹਾ ਉਹ ਚੰਗਾ ਹੀ ਚੰਗਾ ਹੋ ਰਿਹਾ ਹੈ। ਭਾਵ ਉਤਪਤੀ ਲੈਤਾ ਦਾ ਜਿਹੜਾ ਇਹ ਕੰਮ ਹੈ ਨਾ ਇਹ ਬੜਾ ਚੰਗਾ ਹੋ ਰਿਹਾ ਹੈ। ਇਹਦੇ ਰਾਹੀਂ ਜਿਹੜੇ ਕੋਈ ਜੀਵ ਹੈ ਉਹ ਨਾਮ ਬਾਣੀ ਨਾਲ ਜੁੜ ਕੇ ਤੇਰਾ ਆਨੰਦ ਮਾਣ ਲੈਂਦੇ ਹੈ, ਤੇਰੇ ਵਿੱਚ ਲੀਨ ਹੋ ਜਾਂਦੇ ਹਨ। ਇਸ ਕਰਕੇ ਜਦੋਂ ਤੂੰ ਚੰਗਾ ਹੈ ਫਿਰ ਇਹ ਚੰਗਾ ਹੀ ਹੋ ਰਿਹਾ ਹੈ ਤੇਰੇ ਪਾਸੋਂ। ਜਾ ਤੂੰ ਸੱਚਾ ਤਾਂ ਸਭ ਕੋ ਸੱਚਾ। ਇਹ ਪਰਮੇਸ਼ਰ ਜੋ ਤੂੰ ਸੱਚਾ ਹੈ ਤਾਂ ਤੇਰੇ ਨਾਲ ਜੁੜ ਕੇ ਸਭ ਕੋਈ ਸੱਚਾ ਹੈ। ਕੂੜਾ ਕੋਈ ਨਾ ਕੋਈ। ਹਾਂ ਵਾਲਾ ਕੂੜਾ ਤਾਂ ਕੋਈ ਵੀ ਨਹੀਂ ਹੈ, ਝੂਠਾ ਤਾਂ ਕੋਈ ਵੀ ਨਹੀਂ ਹੈ, ਬਿਲਕੁਲ ਕੋਈ ਹੈ ਹੀ ਨਹੀਂ ਹੈ। ਆਖਣ ਵੇਖਣ ਬੋਲਣ ਚੱਲਣ। ਇਹ ਪਰਮੇਸ਼ਰ ਜਿਹੜਾ ਕੋਈ ਜ਼ੁਬਾਨ ਰਾਹੀਂ ਉਹ ਆਖਣਾ ਹੈ, ਆਖਣ ਮੁਖ ਦੁਆਰਾ ਬੋਲਣਾ ਹੈ, ਆਖਣ ਬੋਲਣ ਅਰਥ ਵਾਸਤੇ। ਜਿਹੜਾ ਕੋਈ ਆਖਣ ਕੀ ਮੁਖ ਦੁਆਰਾ ਬੋਲਣਾ ਹੈ ਤੇ ਨੇਤਰਾਂ ਰਾਹੀਂ ਕੋਈ ਵੇਖਣਾ ਹੈ ਤੇ ਪੈਰਾਂ ਰਾਹੀਂ ਚੱਲਣਾ ਹੈ। ਜੀਵਨ ਮਰਨਾ ਤਾਤ। ਇਸੇ ਤਰ੍ਹਾਂ ਜਿਉਣਾ ਹੈ ਤੇ ਮਰਨਾ ਹੈ ਮੌਤ ਕਰਕੇ। ਇਹ ਤਾਂ ਸਭ ਧਾਤ ਮਾਇਆ ਵਿੱਚ ਹੀ ਹੈ, ਮਾਇਆ ਕਰਕੇ ਹੈ। ਜਿੰਨਾ ਚਿਰ ਜੀਵ ਦੇ ਅੰਦਰ ਮਾਇਆ ਦਾ ਪ੍ਰਭਾਵ ਹੈ ਉਹਨਾਂ ਚਿਰ ਜਿਉਣਾ ਮਰਨਾ ਹੈ, ਉਹਨਾਂ ਚਿਰ ਚੱਲਣਾ ਟੁਰਨਾ ਫਿਰਨਾ ਹੈ, ਉਹਨਾਂ ਚਿਰ ਬੋਲਣਾ ਚੱਲਣਾ ਵੇਖਣਾ ਸੁਣਨਾ ਹੈ। ਜਦੋਂ ਇਹ ਮਾਇਆ ਦਾ ਜਿਹੜਾ ਹੈ ਇਹ ਛੁੱਟ ਜਾਏ, ਇਹਦਾ ਪ੍ਰਭਾਵ ਪਰੇ ਹੋ ਜਾਏ, ਫਿਰ ਜਿਉਣਾ ਮਰਨਾ ਵੀ ਖਤਮ, ਬੋਲਣਾ ਚੱਲਣਾ ਵੀ। ਫਿਰ ਤਾਂ ਅੰਤਰ ਸੁਣੋ ਬਾਹਰ ਸੁਣੋ ਤਿਰਭਾਵਨ ਸੁਣੋ ਸੁਣੋ ਚੌਥੇ ਸੁਣਨਾ ਜੋ ਨਰ ਜਾਣਾ ਤਾਪ ਕੋ ਪਾਪ ਨੂੰ ਅਫਰ ਰੂਪ ਦੇ ਵਿੱਚ ਜੁੜ ਕੇ ਅਫਰ ਹੋ ਜਾਂਦਾ ਹੈ। ਫਿਰ ਤਾਂ ਜਿਵੇਂ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਅਫਰ ਸੁਰ ਵਿੱਚ ਜੁੜੇ ਰਹਿੰਦੇ ਸਨ। ਕੋਈ ਲੁੱਟੀ ਜਾਏ, ਕੋਈ ਪੁੱਟੀ ਜਾਏ, ਕੋਈ ਚੱਕੀ ਜਾਏ, ਰੱਖੀ ਜਾਏ, ਉਹ ਨਹੀਂ ਕਹਿੰਦੇ ਸਨ।
ਵੇਖ ਕੇ ਜਿਹੜਾ ਕੋਈ ਉਹ ਪਠਾਨ ਹੈਰਾਨ ਹੋ ਗਿਆ ਸੀ ਜਦੋਂ ਇਹਨਾਂ ਦੇ ਮੁਸਲਮਾਨਾਂ ਦੇ ਘਰੇ ਹਤਾਵਾ ਬੋਲਤਾ ਸੀ। ਭਾਈ ਸਾਹਿਬ ਦਾ ਸਾਰਾ ਕੁਝ ਹੀ ਲੈ ਲੂ ਗਏ, ਬਾਜ ਵੀ ਲੈ ਗਏ। ਉਸ ਵੇਲੇ ਉਹ ਪਠਾਨ ਨੂੰ ਪਤਾ ਸੀ ਵੀ ਇਹ ਬੜੇ ਬੜੇ ਪੁਰਸ਼ ਹੈ ਤੇ ਡਰਦਾ ਆਇਆ ਹੈ। ਕਹਿਣ ਲੱਗਾ ਜੀ ਹਿਲਾ ਚਲਾ ਕੇ ਉਹ ਲਿਆਂਦਾ ਸੁਰਤ ਵਿਰਤੀ ਵਿੱਚ। ਕਹਿੰਦੇ ਵੀ ਕੀ ਗੱਲ ਹੈ? ਕਹਿੰਦੇ ਮਹਾਰਾਜ ਤੁਹਾਨੂੰ ਪਤਾ ਨਹੀਂ ਹੈ, ਆ ਮੇਰੇ ਸੂਰਬੀਰ ਮਹਾਰਾਜ ਗਲਤੀ ਨਾਲ ਤੁਹਾਡੇ ਘਰ ਵਿੱਚ ਲੁੱਟ ਪੁੱਟ ਕਰਕੇ ਲੈ ਗਏ ਸੀ ਤੇ ਮੈਂ ਇਹਨਾਂ ਨੂੰ ਬੜੀ ਸਜ਼ਾ ਦਿੱਤੀ ਹੈ, ਕੁੱਟੇ ਮਾਰੇ ਹੈ, ਸਾਡਾ ਸਾਰਾ ਸਾਜੋ ਥਾਨ ਮਾਰਾ ਪੰਡਾ ਬਣਾ ਕੇ ਤੁਹਾਡੇ ਘਰੇ ਲੈ ਜਾਂਦਾ ਹੈ। ਉਹ ਮਹਾਰਾਜ ਸਾਰਾ ਕੁਝ ਦੇਖ ਦੂਖ ਲਓ, ਇਹ ਕੋਈ ਰਹਿ ਰੂ ਤਾਂ ਨਹੀਂ ਗਿਆ ਇਹਨਾਂ ਦੇ ਕੋਲ, ਜਿਹੜਾ ਕੋਈ ਹੈਗਾ ਹੈ ਤੇ ਉਹ ਦੱਸ ਦਿਓ ਮਹਾਰਾਜ ਵੀ ਆ ਨਹੀਂ ਆਇਆ ਹੈ। ਉਸ ਵੇਲੇ ਉਹ ਸੁਤੇ ਸਿੱਧੀ ਨਿਗਾਹ ਸਾਹਮਣੇ ਨੂੰ ਗਈ ਹੈ ਤੇ ਉਹ ਬਾਜਾਂ ਦੇ ਜਿਹੜੇ ਉਹ ਕਹਿੰਦੇ ਵੀ ਹੋਰ ਤਾਂ ਸਾਨੂੰ ਨਹੀਂ ਪਤਾ ਵੀ ਕੀ ਗਿਆ ਕੀ ਨਹੀਂ ਗਿਆ ਹੈ। ਆ ਸਾਹਮਣੇ ਬਾਜਾਂ ਦੇ ਬੈਠਣ ਵਾਲੇ ਅੱਡੇ ਜੇ ਸਨ, ਇਹ ਨਹੀਂ ਦਿਸਦੇ, ਇਹ ਵੀ ਕੋਈ ਲੈ ਗਿਆ ਦਿਸਦਾ, ਇਹ ਮਗਾ ਦੇ। ਵੇਖ ਕੇ ਬੜਾ ਮੱਥੇ ਟੇਕਣ ਵੀ ਧੰਨ ਹੈ, ਇਹ ਘਰ ਦਾ ਸਾਰਾ ਸਾਜੋ ਸਮਾਨ ਲੁੱਟ ਕੇ ਪੁੱਟ ਕੇ ਲੈ ਗਏ, ਇਹਨਾਂ ਨੂੰ ਕੋਈ ਪਤਾ ਨਹੀਂ ਹੈ, ਇਧਰ ਵੇਖਿਆ ਹੀ ਨਹੀਂ ਹੈ। ਸਿਰਫ ਸਾਹਮਣੇ ਨਿਗਾਹ ਗਈ ਹੈ, ਇਹ ਦੱਸਿਆ ਵੀ ਬਾਜਾਂ ਦੇ ਅੱਡੇ ਨਹੀਂ ਦਿਸ ਰਹੇ, ਵੀ ਇਹ ਹੀ ਲੈ ਕੇ ਗਏ, ਹੋਰ ਨਹੀਂ। ਕਹਿੰਦੇ ਬਾਜਾਂ ਦੀਆਂ ਵੀ ਡੋਰਾ ਮੰਗਾ ਦਿਓ, ਅੱਡੇ ਮੰਗਾ ਦਿਓ, ਬਾਕੀ ਤੈਨੂੰ ਪਤਾ ਕੀ ਲੈ ਗਏ, ਸਾਨੂੰ ਨਹੀਂ। ਇਸ ਤਰ੍ਹਾਂ ਕਹਿੰਦੇ ਜਦੋਂ ਮਾਇਆ ਤੋਂ ਰਹਿਤ ਹੋ ਜਾਂਦਾ ਤਾਂ ਮਨੁੱਖ ਉੱਪਰ ਹੋ ਜਾਂਦਾ ਹੈ, ਫਿਰ ਇਸ ਆਖਣਾ ਵੇਖਣਾ ਚੱਲਣਾ ਜਿਉਣਾ ਮਰਨਾ ਸਭ ਖਤਮ। ਜਾਂ ਇਸੇ ਤਰ੍ਹਾਂ ਜਿਹੜਾ ਕੋਈ ਉਹ ਅੱਖਣ ਮੁਖ ਦੁਆਰਾ ਅਖਿਆਨ ਕਰਕੇ ਬੋਲਣਾ ਹੈ, ਅੱਖਾਂ ਦੁਆਰਾ ਵੇਖਣਾ ਹੈ ਤੇ ਪੈਰਾਂ ਕਰਕੇ ਚੱਲਣਾ ਹੈ, ਸਵਾਸਾਂ ਕਰਕੇ ਜਿਉਣਾ ਹੈ, ਸਵਾਸਾਂ ਤੋਂ ਰਹਿਤ ਹੋ ਕੇ ਮਰਨਾ ਹੈ। ਇਹ ਸਭ ਕੁਝ ਕਹਿੰਦੇ ਧਾਤ ਹੀ ਹੈ, ਚਲਾਏ ਮਾਨੀ ਹੈ। ਹੁਕਮ ਸਾਜ ਹੁਕਮੈ ਵਿੱਚ ਰੱਖੈ। ਗੁਰੂ ਜੀ ਕਹਿੰਦੇ ਵਾਹਿਗੁਰੂ ਹੁਕਮ ਵਿੱਚ ਹੀ ਸਾਜਦਾ ਹੈ ਜੀਵਾਂ ਨੂੰ ਤੇ ਫਿਰ ਆਪਣੇ ਹੁਕਮ ਵਿੱਚ ਹੀ ਸਾਰਿਆਂ ਨੂੰ ਸਾਜ ਕੇ ਰੱਖਦਾ ਹੈ, ਬਣਾ ਸਵਾਰ ਕੇ ਰੱਖਦਾ, ਜਿਉਂਦੇ ਜਾਗਦੇ ਰੱਖਦਾ ਹੈ। ਨਾਨਕ ਸੱਚਾ ਆਪ, ਉਹ ਜਿਹੜਾ ਪਰਮੇਸ਼ਰ ਸੱਚਾ ਆਪ ਹੀ। ਪੌੜੀ ਸਤਿਗੁਰ ਸੇਵ ਨਿਸੰਗ। ਗੁਰੂ ਜੀ ਕਹਿੰਦੇ ਹਨ ਐਸੇ ਜੋ ਵਾਹਿਗੁਰੂ ਨੂੰ ਜਿਣਾਉਣ ਵਾਲੇ ਹਨ ਸਤਿਗੁਰੂ, ਉਹਨਾਂ ਦੀ ਵੀ ਜਿਹੜੀ ਕੋਈ ਸੇਵਾ ਹੈ ਉਹ ਨਿਸੰਗ ਹੋ ਕੇ ਕਰਨੀ ਚਾਹੀਏ। ਇਹ ਲੋਕ ਕੀ ਕਹਿਣਗੇ ਵੀ ਇਹ ਕਿਉਂ ਸੇਵਾ ਕਰਦਾ, ਕਿਉਂ ਵੱਠੜ ਚੁੱਕਦਾ ਹੈ। ਕਹਿੰਦੇ ਸਤਿਗੁਰੂ ਦੀ ਸੇਵਾ ਜਿਹੜੀ ਨਿਸ਼ੰਗ ਹੋ ਕੇ ਸੰਗ ਲਾ ਕੇ ਕਰਨੀ ਚਾਹੀਏ। ਧਰਮ ਚੁਕਾਈਐ। ਤੇ ਮਨ ਦੇ ਵਿੱਚੋਂ ਕੋਈ ਜਿਹੜਾ ਕੋਈ ਭਰਮ ਹੈ ਵੀ ਸੇਵਾ ਕਰਦਿਆਂ ਕਿਤੇ ਵੀ ਆਹ ਨਾ ਲਿਬੜ ਜਾਏ, ਉਹ ਨਾ ਲਿਬੜ ਜਾਏ, ਵਹਿਮ ਜਿਹਾ ਹੁੰਦਾ ਨਾ। ਜਿਉਂ ਮੱਥਾ ਟੇਕਣ ਲੱਗਿਆ ਸੀ ਤੇ ਉਹ ਪੱਗ ਨਾ ਕਿਤੇ ਮੈਲੀ ਹੋ ਜਾਏ, ਤੇ ਉਹ ਸਿਰ ਲਾਇਆ ਧਰਤੀ ਨਾਲ ਲਾਇਆ ਹੀ ਨਾ। ਜੋ ਫਿਰ ਦੇਖ ਕੇ ਭਗਤਾਂ ਜੀ ਨੇ ਕਹਿ ਦਿੱਤਾ ਹੈ ਵੀ ਤੂੰ ਇਹ ਪੱਗੀ ਨੂੰ ਥੱਲੇ ਨਹੀਂ ਲਾਇਆ ਹੈ, ਵੀ ਮਤਾ ਮੈਲੀ ਇਹ ਹੋ ਜਾਏ ਪੱਗ, ਗੱਲਾਂ ਰੂਹ ਨਾ ਜਾਣੀ। ਕਹਿੰਦੇ ਜਿਹੜਾ ਕਰਤਾਨ ਹੋਇਆ ਨਾ ਭੁੱਲਿਆ ਹੋਇਆ ਜੀਵ ਹੈ, ਕਹਿੰਦੇ ਜਾਣਦਾ ਨਹੀਂ ਆਪਣੇ ਅੰਦਰ। ਸਿਰ ਵੀ ਮਿੱਟੀ ਖਾਏ, ਵੀ ਇਸ ਸਿਰ ਨੂੰ ਮਿੱਟੀ ਨੇ ਖਾਣਾ ਹੈ, ਇਹ ਕਬਰ ਵਿੱਚ ਰੱਖ ਕੇ ਆਣਾ ਹੈ। ਇਹ ਤੋਂ ਪੱਗ ਲੱਭਣ ਤੋਂ ਡਰਦਾ ਹੈ, ਜਦੋਂ ਜਿਸ ਸਿਰ ਤੇ ਪੱਗ ਬੰਨੀ ਹੋਈ ਉਹਨੇ ਵੀ ਇਹਨੂੰ ਮਿੱਟੀ ਨੇ ਖਾਣਾ ਹੈ, ਕਿਉਂ ਡਰਦਾ ਹੈ। ਇਸ ਤਰ੍ਹਾਂ ਕਈ ਵਾਰੀ ਇਹ ਸੰਗ ਵੀ ਕਰਦਾ ਹੈ, ਵੀ ਲੋਕ ਕੀ ਕਹਿਣ ਵੀ ਇਹ ਵੀ ਸੇਵਾ ਕਰਦਾ ਫਿਰਦਾ, ਗੁਰਦੁਆਰੇ ਝਾੜੂ ਭਾੜੂ ਦਿੰਦਾ ਫਿਰਦਾ ਹੈ, ਇਹ ਭਾਂਡੇ ਮਾਂਜਦਾ ਫਿਰਦਾ, ਇਹਨੇ ਵੀ ਕੀ ਗੁਨਾਹ ਕਰ ਲਿਆ ਹੈ।
ਕਿਹੜੀ ਸਜ਼ਾ ਲੱਗ ਗਈ ਇਹਨੂੰ ਵੀ, ਕਿਹੜਾ ਇਹਨੇ ਮਾੜਾ ਕਰ ਲਿਆ ਫਿਰ ਸੰਗਦਾ ਹੈ। ਇਸੇ ਤਰ੍ਹਾਂ ਕੋਈ ਇਹਨੂੰ ਭਰਮ ਜਾ ਵੀ ਪੈਂਦਾ ਹੈ, ਲੇਖਾ ਜਾ ਵੀ ਪੈਂਦਾ ਹੈ ਵੀ ਆ ਨਾ ਹੋ ਜਾਏ, ਆ ਨਾ ਹੋ ਜਾਏ ਵੀ, ਹਾਂ ਹੱਥ ਪੈਰ ਨਾ ਕਿਤੇ ਖਰਾਬ ਲਿਬੜ ਤੇ ਵਿੜ ਜਾਣ। ਕਹਿੰਦੇ ਉਹ ਭਰਮ ਚੁੱਕ ਕੇ ਨਿਸ਼ੰਗ ਹੋ ਕੇ ਸਤਿਗੁਰੂ ਦੀ ਸੇਵਾ ਕਰਨੀ ਚਾਹੀਏ। ਸਤਿਗੁਰ ਆਖੈ ਕਾਰ, ਜੋ ਸਤਿਗੁਰੂ ਵੀ ਕੋਈ ਕਾਰ ਆਖਦੇ ਹਨ, ਜੋ ਕਾਰ ਕਮਾਈਐ, ਕਹਿੰਦੇ ਉਹਨੂੰ ਖਿੜੇ ਮੱਥੇ ਕਾਰ ਨੂੰ ਕਮਾਉਣਾ ਚਾਹੀਏ। ਸਤਿਗੁਰ ਹੋਏ ਦਇਆਲ, ਜਦੋਂ ਵੀ ਫਿਰ ਸਤਿਗੁਰੂ ਦਿਆਲੂ ਕਿਰਪਾਲੂ ਹੋ ਜਾਂਦੇ ਆ ਕਾਰ ਦੇਖ ਕੇ, ਤਾਂ ਨਾਮ ਧਿਆਈਐ, ਤਾਂ ਫਿਰ ਸਹੀ ਮਹਿਨਾ ਵਿੱਚ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਨੂੰ ਧਿਆ ਸਕੀਦਾ ਹੈ। ਇਹ ਧਿਆਨ ਰਾਹੀਂ ਨਾਮ ਦਾ ਧਿਆਨ ਧਿਆਉਣਾ ਹੁੰਦਾ ਹੈ। ਆਹਾ ਭਗਤ ਸੋ ਸਾਰ, ਇਸੇ ਤਰ੍ਹਾਂ ਜਿਹੜਾ ਉਹ ਭਗਤੀ ਦਾ ਲਾਹਾ ਹੈ, ਇਸ ਸੰਸਾਰ ਦੇ ਵਿੱਚ ਇਸ ਦਾ ਸਾਰ ਕੀ ਸ੍ਰੇਸ਼ਟ ਹੈ। ਗੁਰਮੁਖ ਪਾਈਐ, ਇਹ ਗੁਰਾਂ ਦੁਆਰਾ ਗੁਰਮੁਖ ਬਣ ਕੇ ਭਾਈ ਦਾ ਭਗਤੀ ਦਾ ਜਿਹੜਾ ਸਾਰ ਲਾਹਾ ਹੈ, ਸ੍ਰੇਸ਼ਟ ਲਾਹਾ ਹੈ। ਮਨਮੁਖ ਕੂੜ ਗੁਬਾਰ, ਜਿਹੜਾ ਮਨਮੁਖ ਕੁਰਪੁਰਸ਼ ਉਹਦੇ ਅੰਦਰ ਕੂੜ ਹੈ ਤੇ ਉਹਦੇ ਅੰਦਰ ਗੁਬਾਰ ਹੈ, ਘੁੱਪ ਹਨੇਰਾ ਅਗਿਆਨ ਦਾ ਹੈ। ਕੂੜ ਕਮਾਈਐ, ਜਿਸ ਕਰਕੇ ਉਹ ਕੂੜ ਹੀ ਕਮਾਉਂਦਾ ਹੈ, ਝੂਠ ਦੀ ਹੀ ਕਮਾਈ ਕਰਦਾ ਹੈ ਮਨਮੁਖ। ਸੱਚੇ ਦੈ ਦਰ ਜਾਏ, ਇਸ ਕਰਕੇ ਸੱਚੇ ਵਾਹਿਗੁਰੂ ਦੇ ਦਰ ਸਾਧ ਸੰਗਤ ਵੀ ਜਾ ਕੇ ਸੱਚ ਚਵਾਈਐ, ਕਹਿੰਦੇ ਉੱਥੇ ਸੱਚ ਹੀ ਚਵਾਈਏ ਕਿ ਉਚਾਰਨਾ ਚਾਹੀਦਾ, ਸੱਚ ਬੋਲਣਾ ਚਾਹੀਦਾ ਹੈ। ਸੱਚੇ ਅੰਦਰ ਮਹਿਲ, ਹਾਂ ਇਸੇ ਤਰ੍ਹਾਂ ਉਹ ਜਿਹੜਾ ਮਹਿਲ ਵਾਹਿਗੁਰੂ ਦਾ ਸਰੂਪ ਹੈ, ਸੱਚੇ ਦਾ ਹਿਰਦੇ ਦੇ ਅੰਦਰ ਹੀ ਹੈ। ਸੱਚ ਬੋਲਾਈਐ, ਉਸ ਦੇ ਜਾਪ ਨੂੰ ਕਰਦਾ ਹੈ, ਉਹਨੂੰ ਕਹਿੰਦੇ ਸੱਚ ਸਰੂਪ ਆਪਣੇ ਮਹਿਲ ਵਿੱਚ ਬੁਲਾ ਲੈਂਦਾ, ਸਰੂਪ ਵਿੱਚ ਬੁਲਾ ਲੈਂਦਾ ਹੈ। ਨਾਨਕ ਸੱਚ ਸਦਾ ਸਚਿਆਰ, ਗੁਰੂ ਮਹਾਰਾਜ ਕਹਿੰਦੇ ਉਹ ਸੱਚ ਰੂਪ ਸਦਾ ਸਚਿਆਰ ਹੈ, ਸੱਚ ਦਾ ਘਰ ਹੈ ਵਾਹਿਗੁਰੂ। ਸੱਚ ਸਮਾਈਐ, ਆ ਕਹਿੰਦੇ ਉਹ ਸੱਚ ਸਰੂਪ ਦੇ ਵਿੱਚ ਹੀ ਫਿਰ ਸਮਾ ਜਾਈਦਾ, ਜੇ ਸੱਚ ਦੇ ਘਰ ਬਣ ਜਾਈਏ। ਸ਼ਲੋਕ ਮਹੱਲਾ ਪਹਿਲਾ, ਕਲ ਕਾਤੀ ਰਾਜੇ ਕਾ ਸਾਈ। ਜਦੋਂ ਇਹ ਚੱਲ ਬਟਾਲੇ ਗੁਰੂ ਮਹਾਰਾਜ ਜੀ ਗਏ ਨੇ, ਇੱਥੇ ਸਿੱਧਾ ਨਾਥਾਂ ਨਾਲ ਬੇਅੰਤੀ ਵਿਚਾਰ ਵਟਾਂਦਰੇ ਹੋਏ ਹੈ। ਕਾਫੀ ਸ਼ਬਦ ਇੱਥੇ ਗੁਰੂ ਮਹਾਰਾਜ ਨੇ ਨਾਲ ਵਿਚਾਰ ਵਟਾਂਦਰੇ ਵਿੱਚ ਉਚਾਰਨ ਹੋਏ ਹੈ। ਇਹ ਸਿੱਧਾ ਨੇ ਕਿਹਾ ਕਿ ਮਹਾਰਾਜ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਇਹ ਕਿਹੋ ਜਿਹਾ ਹੈ, ਇੱਥੋਂ ਦੇ ਰਾਜੇ ਦੀ ਮਹਾਰਾਜਾ ਦੀ ਕਿਰਿਆ ਕਿਹੋ ਜਿਹੀ ਹੈ, ਇਹ ਵੀ ਖੋਲ ਕੇ ਦੱਸੋ। ਇਸੇ ਤਰ੍ਹਾਂ ਮਹਾਰਾਜ ਆਪ ਜੀ ਦੇ ਆਉਣ ਦਾ ਜਿਹੜਾ ਕੋਈ ਕਾਰਨ ਹੈ, ਕਿਉਂਕਿ ਪਿੱਛੇ ਜਿਹੜੇ ਕੋਈ ਉਹ ਅਵਤਾਰ ਆਏ ਉਹਨਾਂ ਦਾ ਕੋਈ ਕਾਰਨ ਹੈ। ਕੋਈ ਜਿਹੜੇ ਕੋਈ ਵੇਦਾਂ ਦੀ ਕਰਮ ਕਿਰਿਆ ਇਹਨੂੰ ਉਸ ਸੰਸਾਰ ਦੇ ਵਿੱਚ ਕਾਇਮ ਕਰਨ ਵਾਸਤੇ ਕੋਈ ਅਵਤਾਰ ਆਏ। ਕੋਈ ਇਹ ਜਿਹੜੀ ਵੇਦਾਂ ਦੀ ਕਰਮ ਕਿਰਿਆ ਹੈ ਨਾ, ਇਹਨੂੰ ਬੰਦ ਕਰਨ ਲਈ ਅਰਹੰਤ ਵਰਗੇ ਅਜੈਨੀਆਂ ਦੇ ਬੜੇ ਬੜੇ ਆ ਗਏ। ਉਹ ਕਹਿੰਦੇ ਕੋਈ ਭੇਦ ਬੋਧ ਨਹੀਂ ਹੈ, ਕੁਛ ਨਹੀਂ ਹੈ, ਮੈਂ ਗਪੌੜੇ ਹੈ, ਇਹ ਮਤਾ ਇਹਨਾਂ ਗਪੌੜਿਆਂ ਮਗਰ ਲੱਗ ਜਾਓ, ਕੋਈ ਰੱਬ ਰੁੱਬ ਨਹੀਂ ਹੈ, ਕੋਈ ਧਰਮ ਰਾਜ ਕੀ ਨਰਕ ਸੁਰਕ ਨਹੀਂ ਹੈ। ਉਹ ਕੁਝ ਇਹੋ ਵੀ ਆ ਗਏ ਅਵਤਾਰ ਅਰਹੰਤ ਜਿਹੜੇ ਸਨ, ਕਿਉਂਕਿ ਉਹ ਦੈਂਤ ਲਾਗੇ ਸੀ ਨਾ, ਉਹ ਸਾਰਾ ਕੁਛ ਕਰਨ ਕਰਾਉਣ ਵੀ ਇਹ ਜਿਹੜੇ ਹੈ ਨਾ ਇਹ ਬਰਨੀ ਬੁਰਨੀ ਕਰਦੇ ਜਗ ਕਰਦੇ ਹੈ ਬ੍ਰਹਮਣਾ, ਇਸ ਕਰਕੇ ਵੀ ਇਹਨਾਂ ਦਾ ਰਾਜ ਭਾਗ ਬੰਦ ਜਾਂਦਾ ਹੈ। ਫਿਰ ਉਹ ਦੇਖ ਦੋ ਕੇ ਲਾਗੇ, ਫਿਰ ਉਹਨਾਂ ਨੂੰ ਛਡਾਉਣਾ ਸੀ। ਫਿਰ ਉਹ ਅਰਹੰਤ ਨੇ ਆ ਕੇ ਸਾਰਿਆਂ ਨੂੰ ਕਹਿੰਦਾ, ਉਹ ਕੀ ਤੁਸੀਂ ਲਾਗੇ ਇੰਨੇ ਸਿਆਣੇ ਹੋ ਕੇ ਇਹ ਜਗ ਕਰਨਾ ਕੋਈ ਕਮੇ ਮੈਂ ਅੱਗ ਵੀ ਸਿੱਟੀ ਜਾਣਾ, ਇਹਦੇ ਨਾਲ ਕੀ ਹੁੰਦਾ, ਧੂਆਂ ਜਾ ਹੋਏ ਨਾਲ, ਕੋਈ ਹੈ ਨਹੀਂ ਰੱਬ ਰੂਪ ਜਾ, ਕੋਈ ਇੱਥੇ ਪਾਪ ਪੁੰਨੀ ਹੈਗਾ ਹੈ, ਲਓ ਛਕੋ ਛਕਾਓ।
ਦੰਤਾਂ ਨੂੰ ਆ ਕੇ ਫਿਰ ਉਹ ਭੁਲਾਇਆ ਸੀ ਤੇ ਜੈਨ ਮਾਤੇ ਨੇ ਪ੍ਰਗਟ ਕਰਤਾ ਸਭ ਕੁਛ ਭ੍ਰਿਸ਼ਟ ਹੋਣਾ, ਕੋਈ ਨਹਾਉਣ ਧੋਣ ਦੀ ਲੋੜ ਨਹੀਂ, ਕੋਈ ਸੰਧਿਆ ਕਰਨ ਦੀ ਲੋੜ ਨਹੀਂ। ਇਸ ਤਰ੍ਹਾਂ ਇਹੋ ਜਿਹੇ ਵੀ ਆਏ ਨੇ। ਫਿਰ ਤੀਜੇ ਨੰਬਰ ਤੇ ਜਿਹੜੇ ਕੋਈ ਅੰਸਾ ਅਵਤਾਰ ਉਤਾਏ ਹੋਣ, ਜਿਨ੍ਹਾਂ ਵਿੱਚ ਥੋੜ੍ਹੀ ਬਹੁਤੀ ਕੋਈ ਅੰਸ਼ ਹੋਵੇ ਸ਼ਕਤੀ ਦੀ, ਜਿਵੇਂ ਰਾਜਿਆਂ ਮਹਾਰਾਜਿਆਂ ਵਿੱਚ ਹੁੰਦੀ ਹੈ, ਉਹਨਾਂ ਕਰਕੇ ਉਹਨਾਂ ਦੀ ਹਕੂਮਤ ਚੱਲਦੀ ਹੈ ਨਾ। ਲੋਕ ਮੰਨਦੇ ਆ ਕਿਹਾ ਕਹਾਇਆ ਜੋ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਭਿੜ ਗਿਆ, ਉਹ ਭਿੜਦੇ ਲੜਦੇ ਨੇ। ਇੱਕ ਹੁੰਦੇ ਅਵੇਸ਼ਾ, ਜਬ ਤੱਕ ਕਮਾਈ ਕਰਨ ਦੇ ਨਾਲ ਜਿਨ੍ਹਾਂ ਦੇ ਅੰਦਰ ਕੋਈ ਆ ਕੇ ਸ਼ਕਤੀ ਕਲਾ ਪ੍ਰਵੇਸ਼ ਹੋਵੇ, ਪਹਿਲਾਂ ਕੋਈ ਨਾ ਹੋਵੇ। ਫਿਰ ਉਹ ਜਿਹੜੇ ਐਸੇ ਹੈ ਜਿਨ੍ਹਾਂ ਦੇ ਅੰਦਰ ਕੋਈ ਉਹ ਕਲਾ ਸ਼ਕਤੀ ਆ ਪ੍ਰਵੇਸ਼ ਹੋਣਾ, ਫਿਰ ਉਹਨਾਂ ਨੂੰ ਅਵੇਸ਼ਾ ਅਵਤਾਰ ਕਿਹਾ ਜਾਂਦਾ ਹੈ। ਜੋ ਪਰਸ਼ੁਰਾਮ ਨੇ ਕਮਾਈ ਕੀਤੀ, ਉਹ 4 ਕਲਾ ਆ ਗਈਆਂ ਉਹਦੇ ਅੰਦਰ। ਇਸ ਤਰ੍ਹਾਂ ਬਾਅਦ ਵਿੱਚ ਇੱਕ ਹੁੰਦੇ ਕਲਾ ਅਵਤਾਰ, ਜਿਨ੍ਹਾਂ ਅੰਦਰ ਕੋਈ ਉਹ ਸ਼ਕਤੀ ਹੋਵੇ। ਕੋਈ 14 ਕਲਾ ਹੈ, ਕੋਈ 16 ਕਲਾ ਅਵਤਾਰ ਹੈ, ਕੋਈ 4 ਕਲਾ ਅਵਤਾਰ, ਕੋਈ 6 ਕਲਾ ਅਵਤਾਰ ਹੈ। ਉਹ ਕਲਾ ਅਵਤਾਰ ਇੱਕ ਹੁੰਦੇ ਪੂਰਨ ਅਵਤਾਰ। ਤੇ ਇਸ ਕਰਕੇ ਉਹ ਹੈ ਪਰਮੇਸ਼ਰ ਦਾ ਹੀ ਅਵਤਾਰ ਹੁੰਦਾ ਹੈ ਕਿ ਅੰਤ ਕਲਾ ਹੇਠਾਂ ਕਰ ਚੜਿਆ ਲਿਖਿਆ ਬਾਣੀ ਵਿੱਚ। ਸੋ ਗੁਰੂ ਨਾਨਕ ਸਾਹਿਬ ਜੀ ਪੂਰਨ ਅਵਤਾਰ ਹਨ। ਬਾਕੀ ਸਭ ਕੋਈ ਵਿਸ਼ਨੂੰ ਦੇ ਹਨ, ਕੋਈ ਸ਼ਿਵ ਜੀ ਦੇ ਹੈ, ਕੋਈ ਬ੍ਰਹਮਾ ਦੇ ਹਨ, ਜਿਹਨੇ ਸਾਜੇ ਹਨ। ਜਦੋਂ ਉਹਦਾ ਅਵਤਾਰ ਹੁੰਦਾ ਫਿਰ ਉਹ ਪੂਰਨ ਅਵਤਾਰ ਕਿਹਾ ਜਾਂਦਾ ਹੈ। ਇੱਥੇ ਉਹ ਸਾਰਾ ਕੁਛ ਹੀ ਦੱਸ ਰਹੇ ਹੈ। ਸਿੱਧਾ ਨਾਥਾਂ ਤਾਈ ਕਾਲ ਕਾਤੀ ਰਾਜੇ ਕਾ ਸਾਈ। ਇਹ ਸਿੱਧੋ ਆ ਕਲਯੁਗ ਦੇ ਪ੍ਰਭਾਵ ਕਰਕੇ ਜਿਹੜੇ ਇੱਥੋਂ ਦੇ ਜਿਹੜੇ ਰਾਜੇ ਹਨ ਨਾ, ਉਹ ਕਸਾਈ ਬਣ ਗਏ ਹਨ, ਕਸਾਈ ਹੋ ਗਏ। ਤੇ ਇਹਨਾਂ ਦੀ ਜਿਹੜੀ ਕੋਈ ਕਿਰਿਆ ਨਾ ਜੀਵਾਂ ਨੂੰ ਗਰੀਬਾਂ ਨੂੰ ਦੁੱਖ ਦੇਣ ਵਾਲੀ, ਇਹਨਾਂ ਨਾਲ ਢਿੰਗੋ ਜੋਰੀ ਕਰਨ ਵਾਲੀ, ਬੇਅਨਸਾਖੀ ਵਾਲੀ, ਇਹ ਕਹਿੰਦੇ ਇਹਨਾਂ ਦੇ ਹੱਥ ਵੀ ਛੁਰੀ ਫਕੜੀ ਹੋਈ ਹੈ, ਕਾਤੀ ਛੁਰੀ ਫੜੀ ਹੋਈ ਹੈ। ਜਿਹੜਾ ਜੀਵਾਂ ਨੂੰ ਦੁੱਖ ਦਿੰਦੇ ਹੈ, ਜ਼ਬਰਦਸਤੀ ਕਰਦੇ ਹੈ, ਲੁੱਟ ਖਸੁੱਟ ਕਰਦੇ, ਛੁਰੀ ਹੈ। ਧਰਮ ਪੰਖ ਕਰ ਉਡਰਿਆ। ਉਡਰਿਆ ਜਿਹੜਾ ਕੋਈ ਧਰਮ ਹੈ, ਉਹ ਜਪ ਹੈ, ਤਪ ਹੈ, ਸਤ ਹੈ, ਦਾਨ ਹੈ। ਇਹ ਐਸਾ ਜਿਹੜੇ ਧਰਮ ਦੇ ਖੰਭ ਸਨ, ਉਹ ਤੱਕ ਕਹਿੰਦੇ ਉਹ ਉੱਡੀ ਗਿਆ ਧਰਮ। ਝੂਠ ਅਮਾਵਸ ਸੱਚ ਚੰਦਰਮਾ। ਝੂਠ ਦੀ ਹਰ ਪਾਸੇ ਕਹਿੰਦੇ ਮੱਸਿਆ ਪੈ ਰਹੀ ਹੈ, ਹਨੇਰੀ ਰਾਤ ਹੋ ਰਹੀ ਹੈ। ਝੂਠ ਦਾ ਬੋਲ ਬਾਲਾ ਹੈ ਹਰ ਪਾਸੇ। ਤੇ ਸੱਚ ਰੂਪ ਜਿਹੜਾ ਚੰਦਰਮਾ ਹੈ, ਈਸਾ ਨਾਹੀ ਕਹਿ ਚੜਿਆ। ਕਹਿੰਦੇ ਕਲਯੁਗ ਦੇ ਵਿੱਚ ਕਿਤੇ ਵੀ ਨਹੀਂ ਚੜਿਆ ਹੋਇਆ ਦਿਸ ਰਿਹਾ। ਹਰ ਪਾਸੇ ਝੂਠ ਦੀ ਝੂਠ ਹੀ ਮੱਸਿਆ ਦੀ ਘੁੱਪ, ਹਨੇਰੀ ਰਾਤ ਹੋ ਰਹੀ, ਝੂਠ ਦਾ ਬੋਲ ਬਾਲਾ ਹੈ। ਹਉ ਭਾਲ ਵਿਕੁੰਨੀ ਹੋਈ। ਇਹ ਵੀ ਸਿੱਧ ਹੋਇਆ ਮੈਂ ਸੱਚ ਰੂਪ ਚੰਦਰਮਾ ਨੂੰ ਭਾਲਦੀ ਮੇਰੀ ਜਿਹੜੀ ਮਨ ਦੀ ਬਿਰਤੀ ਹੈ ਬੜੀ ਵਿਕੁੰਨੀ ਵਿਆਕਲ ਹੋ ਗਈ ਹੈ। ਆਧੇਰਾ ਰਾਹ ਨਾ ਕੋਈ। ਹਰ ਪਾਸੇ ਅਗਿਆਨ ਦਾ ਹਨੇਰਾ ਹੈ। ਕੋਈ ਗਿਆਨ ਦਾ ਰਸਤਾ, ਭਾਵ ਭਗਤੀ ਦਾ ਰਸਤਾ, ਇਹ ਕੋਈ ਦਿਸ ਨਹੀਂ ਰਿਹਾ ਹੈ, ਸਭ ਭਟਕ ਰਹੇ ਹੈ। ਜਹਾਂ ਮੈਂ ਕਰ ਦੁਖ ਰੋਈ। ਆਪਣੇ ਹਿਰਦੇ ਦੇ ਅੰਦਰ ਹਉਮੈ ਦੇ ਰੋਗ ਕਰਕੇ ਜਿਹੜੀ ਸਾਰੀ ਸ੍ਰਿਸ਼ਟੀ ਦੁੱਖਾਂ ਕਰਕੇ ਰੋਈ ਜਾ ਰਹੀ, ਰੋਂਦੀ ਹੈ। ਕਹੋ ਨਾਨਕ ਕਿਨ ਬਿਦ ਗਤ ਹੋਈ। ਇਹ ਵੀ ਸਦੋ ਦੱਸੋ ਕਿਸ ਤਰ੍ਹਾਂ ਇਹ ਜਿਹੜੀ ਇਹ ਸ੍ਰਿਸ਼ਟੀ ਦੀ ਜਿਹੜੀ ਇਹ ਹਾਲਤ ਹੋ ਰਹੀ ਹੈ, ਇਹਦੀ ਹੁਣ ਕਿਵੇਂ ਗਤੀ ਹੋਵੇਗੀ, ਮੁਕਤੀ ਹੋਵੇਗੀ, ਇਹ ਵੀ ਬੜੀ ਮੁਸ਼ਕਲ ਹੈ। ਸੋ ਇਸ ਤਰ੍ਹਾਂ ਐਸੇ ਦੇ ਵਿੱਚ ਵੀ ਉਹ ਸਿੱਧਾਂ ਦੇ ਥਾਈਂ ਦੱਸਿਆ ਵੀ ਰਾਜੇ ਇਹੋ ਜਿਹੇ ਹੋ ਗਏ ਆ। ਚਾਹੇ ਜਿਹੜੀ ਕੋਈ ਧਰਤੀ ਹੈ, ਜਦੋਂ ਇਹ ਕਲਯੁਗ ਦਾ ਹਰ ਪਾਸੇ ਭਿਆਨਕ ਵਰਤਾਰਾ ਵਰਤ ਗਿਆ ਹੈ, ਇਹ ਕਹਿੰਦੇ ਉਹ ਧਰਤੀ ਨੇ ਜਾ ਕੇ ਭਗਵਾਨ ਅੱਗੇ ਫਰਿਆਦ ਕੀਤੀ ਸੀ। ਉਹ ਜਿਵੇਂ ਕਿਹਾ ਹੈ ਧਰਤੀ ਨੇ ਉਹ ਵੀ ਇਹਦੇ ਵਿੱਚ
ਉਹ ਕਥਨ ਇਸ ਢੰਗ ਨਾਲ ਵੀ ਧਰਤੀ ਨੇ ਭਗਵਾਨ ਅੱਗੇ ਜਾ ਕੇ ਪੁਕਾਰ ਕੇ ਕਿਹਾ ਕਿ ਮਹਾਰਾਜ ਇੱਥੇ ਦੇ ਜਿਹੜੇ ਧਰਤੀ ਮੇਰੇ ਤੇ ਰਾਜੇ ਰਾਜ ਕਰਨ ਵਾਲੇ ਕਸਾਈ ਬਣ ਗਏ। ਇਹ ਕਲਯੁਗ ਦੇ ਜੀਵਾਂ ਦੀ ਜਿਹੜੀ ਕਿਰਿਆ ਸਾਰੀ ਕਾਤਿਕ ਈਸ਼ਵਰੀ ਵਰਗੀ ਹੋ ਗਈ ਹੈ, ਦੁੱਖ ਦੇਣ ਵਾਲੀ ਹੋ ਗਈ ਹੈ। ਧਰਮ ਪੰਖ ਕਰ ਉਡਰਿਆ। ਮੇਰੇ ਉੱਪਰ ਜਿਹੜਾ ਮਾਰਾ ਧਰਮ ਸੀ ਨਾ ਉਹ ਤਾਂ ਖੰਭ ਲਾ ਕੇ ਉੱਡ ਗਿਆ ਹੈ। ਮੂੜ ਅਮਾਵਸ ਸੱਚ ਚੰਦਰਮਾ। ਹਾਂ ਇੱਥੇ ਮਾਰਾ ਝੂਠ ਦੀ ਮੱਸਿਆ ਦੀ ਰਾਤ ਹੋ ਰਹੀ ਹੈ। ਸੱਚ ਦਾ ਬੋਲਣ ਰੂਪੀ ਜਿਹੜਾ ਚੰਦਰਮਾ ਹੈ ਦਿਸੈ ਨਾਹੀ ਕਹਿ ਚੜਿਆ। ਉਹ ਕਿਤੇ ਵੀ ਚੜਿਆ ਨਹੀਂ, ਯਾਨੀ ਕਿਤੇ ਵੀ ਸੱਚੇ ਸੱਚ ਬੋਲਿਆ ਨਹੀਂ ਜਾ ਰਿਹਾ ਹੈ। ਹਉ ਭਾਲ ਵਿਕੁੰਨੀ ਹੋਈ। ਇਹ ਪਰਮੇਸ਼ਰ ਮੈਂ ਸੱਚ ਰੂਪ ਚੰਦਰਮਾ ਨੂੰ ਲੱਭਦੀ ਮੈਂ ਧਰਤੀ ਬੜੀ ਵਿਆਕੁਲ ਹੋ ਗਈ ਹੈ। ਆਦੇਰਾ ਰਾਹ ਨਾ ਕੋਈ। ਹਰ ਪਾਸੇ ਮਾਰਾ ਕੂੜ ਦਾ ਹਨੇਰਾ ਪਿਆ, ਮੱਸਿਆ ਰਾਤ ਦਾ ਹਨੇਰਾ ਪਿਆ, ਕੋਈ ਇੱਥੇ ਰਸਤਾ ਗਿਆਨ ਦਾ ਸੱਚ ਦਾ ਨਹੀਂ ਦਿਸ ਰਿਹਾ ਹੈ। ਹਉਮੈ ਕਰ ਦੁਖ ਰੋਈ। ਇਸ ਤਰ੍ਹਾਂ ਮਹਾਰਾਜ ਜਿੰਨੀ ਸ੍ਰਿਸ਼ਟੀ ਆਪਣੇ ਹਿਰਦੇ ਅੰਦਰ ਹਉਮੈ ਕਰਕੇ ਦੁੱਖਾਂ ਕਰਕੇ ਰੋ ਪਿੱਟ ਰਹੀ ਹੈ। ਨਾਨਕ ਕਿਨ ਬਿਦ ਗਤ ਹੋਈ। ਦੱਸੋ ਮਹਾਰਾ ਮੇਰੀ ਜਿਹੜੀ ਇਹ ਧਰਤੀ ਦੀ ਹੁਣ ਕਿਵੇਂ ਗਤੀ ਕੀ ਹਾਲਤ ਹੋਏਗੀ, ਮਾੜੀ ਹੈ। ਵੀ ਇਸ ਤਰ੍ਹਾਂ ਕਹਿੰਦੇ ਫਿਰ ਪਰਮੇਸ਼ਰ ਵਾਹਿਗੁਰੂ ਨੇ ਧਰਤੀ ਨੂੰ ਕਿਹਾ ਵੀ ਬੇਅੰਤ ਇੱਥੇ ਭੇਜੇ ਸਨ, ਪਰ ਸਭ ਨੇ ਆਪਣਾ ਆਪ ਹੀ ਨਾਮ ਜਪਾਇਆ, ਆਪੋ ਆਪਣੇ ਪੰਥ ਤੋਰੇ ਹਨ। ਇਹ ਹੁਣ ਮੈਂ ਆਪ ਹੀ ਆਵਾਂਗਾ ਗੁਰੂ ਨਾਨਕ ਰੂਪ ਹੋ ਕੇ, ਤੇ ਫਿਰ ਸਾਰੇ ਜਿਹੜੇ ਨਿਯਮ ਅਸੂਲ ਹੈ ਮੈਂ ਕਾਇਮ ਕਰਾਂਗਾ, ਖਾਲਸੇ ਪੰਥ ਦੀ ਰਚਨਾ ਕਰਾਂਗਾ। ਇਸ ਤਰ੍ਹਾਂ ਤੈਨੂੰ ਜਿਹੜਾ ਪਾਪਾਂ ਦਾ ਬੋਝ ਹੈ ਇਹਨਾਂ ਕਰਕੇ ਜਿਹੜਾ ਕਲਯੁਗ ਦੇ ਕਸਾਈਆਂ ਰਜੀਆਂ ਕਰਕੇ ਸ਼੍ਰੀ ਵਾਂਗ ਬਣ ਰਹੇ ਹੈ, ਇਹਨਾਂ ਤੋਂ ਰਾਹਤ ਮਿਲੇਗੀ। ਕਿਉਂ ਵੀ ਇਹ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਆਉਣਾ ਹੋਇਆ ਹੈ। ਮਹੱਲਾ ਤੀਜਾ। ਕਾਲ ਕੀਰਤ ਪ੍ਰਗਟ ਚਾਨਣ ਸੰਸਾਰ। ਹਾਂ ਗੁਰੂ ਅਰਜਨ ਦੇਵ ਜੀ ਦੇ ਪਾਸੋਂ ਪੁੱਛਿਆ ਕਿ ਮਹਾਰਾਜ ਇਹ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਸੰਬੰਧ ਵਿੱਚ, ਸ੍ਰਿਸ਼ਟੀ ਦੇ ਸੰਬੰਧ ਵਿੱਚ ਇਹ ਕਿਹਾ ਹੈ ਕਿ ਕਿਸ ਤਰ੍ਹਾਂ ਫਿਰ ਹਾਲਤ ਹੋਵੇ, ਕਿਵੇਂ ਕਿਸੇ ਜੀਵਾਂ ਦੀ ਕਲਿਆਣ ਹੋਵੇਗੀ। ਫਿਰ ਮਹਾਰਾ ਹੋਈ, ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਕਰਕੇ ਹੋਵੇ ਕਦੀ। ਇਹ ਵੀ ਤੀਜੇ ਪਾਤਸ਼ਾਹ ਨੇ ਐਸੇ ਮੁਖੋਂ ਬਚਨ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਕਰਕੇ ਸੰਸਾਰ ਦੇ ਵਿੱਚ ਕਲਯੁਗ ਦੇ ਸੰਸਾਰ ਵਿੱਚ, ਕਲ ਵਿੱਚ ਤੇ ਸੰਸਾਰ ਦੇ ਵਿੱਚ ਗੁਰੂ ਨਾਨਕ ਦੇ ਆਉਣ ਕਰਕੇ ਜਿਹੜੀ ਕੀਰਤੀ ਇਹਦਾ ਚਾਨਣ ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਗੁਰਮੁਖ ਕੋਈ ਉਤਰੈ ਪਾਰ। ਕੀਰਤੀ ਰੂਪੀ ਜਿਹੜਾ ਚਾਨਣ ਹੈ ਸੰਸਾਰ ਦੇ ਵਿੱਚ ਕਲਯੁਗ ਵਿੱਚ ਪ੍ਰਗਟ ਹੈ। ਕੋਈ ਜਿਹੜਾ ਗੁਰਮੁਖ ਹੈ ਗਿਆਨ ਦੇ ਚਾਨਣੇ ਕਰਕੇ ਪਾਰ ਉਤਰ ਰਿਹਾ ਹੈ। ਜਿਸਨੋ ਨਦਰ ਕਰੇ ਤਿਸ ਦੇਵੈ। ਜਿਸ ਤੇ ਵਾਹਿਗੁਰੂ ਜੀ ਮਿਹਰ ਦੀ ਨਿਗਾਹ ਕਰਦੇ ਗੁਰੂ ਨਾਨਕ ਦੁਆਰਾ ਉਸ ਨੂੰ ਇਹ ਗਿਆਨ ਦਾ ਚਾਨਣ, ਇਹ ਕੀਰਤੀ ਦਾ ਚਾਨਣ ਬਖਸ਼ਦੇ ਹਨ। ਨਾਨਕ ਗੁਰਮੁਖ ਰਤਨ ਸੋ ਲੇਵੈ। ਉਹ ਜਿਹੜਾ ਗੁਰਮੁਖ ਹੈ ਇਹ ਨਾਮ ਰੂਪੀ ਰਤਨ, ਵਿਰਾਗ ਰੂਪੀ ਰਤਨ ਲੈਂਦਾ ਹੈ, ਖਰੀਦਦਾ ਹੈ। ਪੌੜੀ ਭਗਤਾ ਤੈ ਸਹਿ ਸਾਰੀਆ। ਜਿਹੜੇ ਕੋਈ ਭਗਤੀ ਕਰਨ ਵਾਲੇ ਭਗਤ ਹਨ ਅਤੇ ਸੰਸਾਰ ਦੇ ਵਿੱਚ ਜਿਹੜੇ ਫਸੇ ਹੋਏ ਸੰਸਾਰੀ ਲੋਕ ਹਨ, ਜੋੜ ਕਦੇ ਨਾ ਆਇਆ। ਉਹਨਾਂ ਦਾ ਆਪੋ ਵਿੱਚ ਹੀ ਕਹਿੰਦੇ ਕਦੇ ਵੀ ਜੋੜ ਮੇਲ ਨਹੀਂ ਆਇਆ। ਉਹਨਾਂ ਦਾ ਆਪੋ ਵਿੱਚ ਹੀ ਇੱਕ ਦੂਸਰੇ ਨਾਲ ਜਿਹੜੇ ਕੋਈ ਕਰਮ ਕਿਰਿਆ ਨਾ ਰਲਦੇ ਮਿਲਦੇ ਨਹੀਂ, ਵਿਚਾਰ ਨਹੀਂ ਮਿਲਦੇ ਹਨ। ਆਪੋ ਵਿੱਚ ਹੀ ਜੋੜ ਮੇਲ ਨਹੀਂ ਹੁੰਦਾ, ਆਪੋ ਵਿੱਚ ਹੀ ਕਰਮ ਕਿਰਿਆ, ਆਪੋ ਵਿੱਚ ਹੀ ਬੋਲ ਚਾਲ ਬੈਠਣਾ ਉੱਠਣਾ ਮਿਲਦੇ ਨਹੀਂ ਹਨ। ਕਰਤਾ ਆਪ ਅਭੁੱਲ ਹੈ। ਕਿਉਂਕਿ ਜਿਹੜਾ ਕਰਤਾ ਹਰਤਾ ਵਾਹਿਗੁਰੂ ਆਪ ਤਾਂ ਭੁੱਲਣ ਤੋਂ ਰਹਿਤ ਭੁੱਲ ਸਰੂਪ ਹੈ। ਨਾ ਭੁੱਲੈ ਕਿਸੈ ਦਾ ਭੁਲਾਇਆ। ਕਿਸੇ ਜੀਵ ਦਾ ਭੁਲਾਇਆ ਹੋਇਆ ਪਰਮੇਸ਼ਰ ਭੁੱਲਦਾ ਨਹੀਂ, ਕੁਰਾਹੇ ਨਹੀਂ ਪੈਂਦਾ ਹੈ। ਭਗਤ ਆਪੇ ਮੇਲਿਆਨ। ਜਿਹੜੇ ਭਗਤੀ ਕਰਨ ਵਾਲੇ ਭਗਤ ਹਨ ਉਹ ਵੀ ਪਰਮੇਸ਼ਰ ਨੇ ਆਪਣੇ ਨਾਲ ਆਪ ਹੀ ਮੇਲਣਾ ਕੀਤੇ ਹੈ। ਸੱਚੋ ਸੱਚ ਕਮਾਇਆ। ਜਿਨ੍ਹਾਂ ਨੇ ਨਿਰਾ ਸੱਚ ਹੀ ਸੱਚ
ਕਮਾਇਆ, ਸੱਚੀ ਸੱਚ ਦੀ ਕਮਾਈ ਕੀਤੀ ਹੈ। ਸਹਿ ਸਾਰੀ ਆਪ ਖਵਾਇਨ, ਜਿਹੜੇ ਸੰਸਾਰ ਦੇ ਵਿੱਚ ਫਸੇ ਉਹਨਾਂ ਸੰਸਾਰੀਆਂ ਨੂੰ ਆਪਣੇ ਵੱਲੋਂ ਖੁਲਾਇਨ ਕੀ ਇਹ ਭੁਲਾ ਦਿੱਤਾ ਹੈ ਉਸਨੇ। ਜਿਨੀ ਕੂੜ ਬੋਲ ਬੋਲ ਬਿਖ ਖਾਇਆ, ਜਿਨ੍ਹਾਂ ਸੰਸਾਰੀ ਜੀਵਾਂ ਨੇ ਸੰਸਾਰ ਦੇ ਵਿੱਚ ਰਹਿੰਦਿਆਂ ਝੂਠ ਬੋਲ ਬੋਲ ਕੇ ਉਹਨੂੰ ਖਾਧਾ ਹੈ। ਚੱਲਣ ਸਾਰ ਨਾ ਜਾਣਨੀ, ਜਿਹੜੇ ਸੰਸਾਰੀ ਜੀਵ ਹੈ ਚਲੇ ਜਾਣ ਦੀ ਤਾਂ ਖਬਰ ਸਾਰ ਨਹੀਂ ਜਾਣਦੇ ਹਨ। ਕਾਮ ਕ੍ਰੋਧ ਵਿਸ ਵਧਾਇਆ, ਕਾਮ ਤੇ ਕ੍ਰੋਧ ਹੀ ਉਹਨਾਂ ਨੇ ਜ਼ਹਿਰ ਨੂੰ ਬੜਾ ਵਧਾਇਆ। ਵਿਸ਼ਈ ਵਿਕਾਰੀ ਬਣ ਗਏ, ਪਾਂਬਰ ਬਣੇ ਹੋਏ। ਭਗਤ ਕਰਨ ਹਰ ਚਾਕਰੀ, ਜਿਹੜੇ ਭਗਤ ਲੋਕ ਹੈ ਹਮੇਸ਼ਾ ਦੇ ਰਾਤ ਭਗਤੀ ਕਰਨ ਰੂਪੀ ਚਾਕਰੀ ਕਰਦੇ, ਨੌਕਰੀ ਕਰਦੇ ਚਾਅ ਨਾਲ। ਜਿਨੇ ਅਨ ਦਿਨ ਨਾਮ ਧਿਆਇਆ, ਜਿਨ੍ਹਾਂ ਭਗਤਾਂ ਨੇ ਦਿਨੇ ਰਾਤ ਨਾਮ ਧਿਆਉਣਾ ਕੀਤਾ ਹੈ, ਧਿਆਇਆ ਹੈ। ਦਾਸਨ ਦਾਸ ਹੋਏ ਕੈ, ਉਹ ਜਿਹੜੇ ਭਗਤ ਹਨ ਦਾਸਾਂ ਦੇ ਦਾਸ ਹੋ ਕੇ, ਜਿਨੇ ਵਿੱਚ ਹੋ ਆਪ ਗਵਾਇਆ, ਜਿਨ੍ਹਾਂ ਨੇ ਵਿੱਚੋਂ ਆਪਾ ਭਾਪ ਨੂੰ ਗਵਾਇਆ ਹੋਇਆ ਹੈ। ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਉਹਨਾਂ ਭਗਤਾਂ ਦੇ ਮਾਲਕ ਦੇ ਦਰ ਦੇ ਵਿੱਚ ਮੂੰਹ ਉਜਲੇ ਹਨ। ਸੱਚਾ ਸ਼ਬਦ ਸੁਹਾਇਆ, ਉਹ ਸੱਚੇ ਦੇ ਸ਼ਬਦ ਕਰਕੇ ਉਪਦੇਸ਼ ਕਰਕੇ ਉਹ ਸੁਹਾਇਵਾਨ ਹਨ, ਸੋਭਨੀਕ ਹਨ ਭਗਤ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਜਿਹੜੀ ਪਾਵੜੀ ਉਚਾਰਨ ਹੋਈ ਹੈ, ਜਿਸ ਦੀ ਆਪਾਂ ਇੱਥੇ ਵਿਚਾਰ ਸੰਪੂਰਨ ਕੀਤੀ ਹੈ। ਇਸ ਤੋਂ ਅਗਲੀਆਂ ਪੌੜੀਆਂ ਤੇ ਅਗਲੇ ਸਲੋਕਾਂ ਦੀ ਜਿਹੜੀ ਵਿਚਾਰ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਫਿਰ ਇਕੱਤਰ ਹੋ ਕੇ ਸਰਵਣ ਕਰਾਂਗੇ, ਲਾਹਾ ਲਵਾਂਗੇ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰਕੇ ਅਰਦਾਸ ਵਿੱਚ ਜੁੜ ਗਏ ਜੀ। ਦਾਸਨ ਦਾਸ ਹੋਏ ਕੈ, ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਸੱਚਾ ਸ਼ਬਦ ਸੁਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹੱਲਾ ਪਹਿਲਾ, ਸਬਾਹੀ ਸਾਲਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਅੰਮ੍ਰਿਤਮਈ ਬਾਣੀ ਦੀ ਅੰਮ੍ਰਿਤ ਰੂਪ ਜਿਹੜੀ ਵਿਚਾਰ ਹੈ ਉਹ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ। ਆਪਾਂ ਅੰਮ੍ਰਿਤਮਈ ਬਾਣੀ ਦੀਆਂ ਅੰਮ੍ਰਿਤ ਰੂਪ ਵਿਚਾਰ ਕਰਕੇ ਸੰਗਤ ਰੂਪ ਜੁੜ ਕੇ ਹਮੇਸ਼ਾ ਲਾਭ ਲੈਂਦੇ ਹਾਂ। ਅੱਜ ਵੀ ਅੰਮ੍ਰਿਤਮਈ ਬਾਣੀ ਦੀਆਂ ਅਮਰਮਈ ਬਾਣੀ ਵਿਚਾਰਾਂ ਕਰਕੇ ਲਾਭ ਲੈਣ ਲਈ ਗੁਰੂ ਮਹਾਰਾਜ ਚਰਨ ਸ਼ਰਨ ਵਿੱਚ ਇਹ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਹੁਣੇ ਹੁਣੇ ਜੋ ਇਹ ਕੀਰਤਨ ਹੋ ਰਿਹਾ ਸੀ, ਇਹਦੀ ਸਮਾਪਤੀ ਹੋਈ ਹੈ। ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਜੋ ਇਹ ਪਾਵਨ ਸ਼ਲੋਕ ਉਚਾਰਨ ਹੋਇਆ ਹੈ, ਇਹਦਾ ਪਾਠ ਆਪਾਂ ਰਲ ਮਿਲ ਕੇ ਸਰਵਣ ਕਰ ਲਿਆ ਹੈ ਅਤੇ ਵਿਚਾਰ ਕਰਕੇ ਮਹਾਨ ਲਾਹਾ ਪ੍ਰਾਪਤ ਕਰਨਾ ਹੈ। ਇਹ ਬਾਣੀ ਤੇ ਅਮਲ ਕਰਕੇ ਇਹਨੂੰ ਅਮਲਾ ਜਾਮਾ ਪਹਿਨਾ ਕੇ ਇੱਥੇ ਆਪਣਾ ਇਹ ਜੀਵਨ ਸਹੇਲਾ ਕਰਨਾ ਹੈ, ਪਰਲੋਕ ਵੀ ਸਹੇਲੇ ਬਣਨਾ ਹੈ। ਆਪ ਜੀ ਕਰਤਾਰਪੁਰ ਸਾਹਿਬ ਵਿਖੇ ਜਿਸ ਵੇਲੇ ਵਿਰਾਜਮਾਨ ਸਨ, ਬੇਅੰਤ ਦੂਰ ਦੁਰਾਡੇ ਦੀਆਂ ਸਿੱਖ ਸੰਗਤਾਂ ਇੱਥੇ ਗੁਰੂ ਮਹਾਰਾਜ ਦੇ ਖੁੱਲ੍ਹੇ ਡੁੱਲੇ ਦਰਸ਼ਨ ਦੀਦਾਰ ਕਰਨ ਲਈ ਚੱਲ ਆਉਂਦੀਆਂ ਹਨ। ਉੱਥੇ ਗੁਰੂ ਮਹਾਰਾਜ ਦੇ ਮੁਖਾਰ ਬਿੰਦ ਤੋਂ ਸਭ ਉਪਦੇਸ਼ ਵੀ ਪ੍ਰਾਪਤ ਕਰਦੀਆਂ ਹਨ। ਆਪੋ ਆਪਣੀਆਂ ਜਿਹੜੀਆਂ ਕੋਈ ਸ਼ੰਕਾਵਾਂ ਹਨ ਉਹ ਵੀ ਦੂਰ ਕਰਨ ਲਈ ਸਤਿਗੁਰੂ ਅੱਗੇ ਬੇਨਤੀਆਂ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਹੀ ਕੋਈ ਐਸੇ ਸਿਆਣੇ ਗੁਰਸਿੱਖ ਵੀ ਆਏ ਨੇ, ਉਹ ਉਹਨਾਂ ਦੇ ਲਾਭ ਲਈ ਗੁਰੂ ਮਹਾਰਾਜ ਦੇ ਅੱਗੇ ਉਹਨਾਂ ਨੇ
ये प्रश्न किया है कि महाराज कोई भजन सिमरन का समा कुछ दसदा है, कोई कुछ दसदा है। ये मुसलमानों के मत है कि रात के समय भजन सिमरन करना चाहिए है। पहला पैरा फलड़ा फल पी पच्छा रात, जो जागा न लहन से साई कन्नो दात। जिन्हें मुसलमानों के फकीर है ये सारी सारी रात जागते ने। कहते जरा रात का समय है ये भजन करने का ही समय है। जिन्हें भावें मनुख सौ रहे, क्योंकि जरा कोई धंधिया वाला मनुख है, गृहस्थी है, ਉਹਦੇ ਲਈ रात का समा सौण ਲਈ है। ਤੇ ਜਿਹੜਾ खुदा ਦਾ फकीर है ਉਹਦਾ ਢੰਡਾਊ है, ਉਹਦੇ ਲਈ रात का समा ही है। भी लोग सुते ਹੁੰਦੇ ਆ, कोई रौला गोला नहीं ਹੁੰਦਾ भी वो फिर सारी रात भजन करन लग जाए। ਜਦੋਂ ਉੱਠ के लोग धंधिया बेचण, रौला गोला वो लंबियां तान के पै जाए। इस तरह भी जोड़े मुसलमान मारा रात के समय जो भजन करना इनू ज्यादा तरजीह देंगे। आप मारा ये कहते अमृत वेला सच ना वड़ियाई विचार भी जरा सुबह का वेला ही ठीक है। आप मारा कृपा करके थोड़ा जहा खुल के दस दो असली भजन सेवन करने का जोड़ा समा है ना वो चंगा केड़ा है। इस वक्त ही है, सुबह ही है, या ये तो बगैर कोई होर भी हैगा है। तो इस श्लोक राही गुरु महाराज जी ने जो जब बाणी विच किया ना अमृत वेला सच ना वड़ियाई विचार, वही उपदेश इस श्लोक राही दस रहे ने भी सुबह का समय जोड़ा भजन सिमरन करने वाला सब तो महान है। वो आप जी ये श्लोक राही फरमाते जोड़ा इस सवा पैर दे तड़के उठ के सुबह उठ के वाहिगुरु नूं सलाहना है, ये असल वधिया समा है। वो आप ही अपने मुखार बिंत फरमाते भी जे भला कोई कहे भी फिर कर लांगे दिन चढ़े, फिर आप की करना है। तो ये दसते हैं जे दिन चढ़े करेगा ना सूरज चढ़े नाल है, तो जो उस वक्त गल बनती है ना वो दिन चढ़े नहीं बनती है। वो क्यों नहीं बनती, वो न्यूनता दसते भी आ मन अंदर आ हुंदा है। वो फरमा रहे हन सबाही सालाह, सब्बा नहीं सबाही सालाह, अदकता ही नहीं उत्ते सब्बा का की हुंदा अर्थ। सबाही सालाह, सबाही नूं सुबह दा है, सुवखते दा है, अमृत वेले दा है। यह गुरसिखो ये सबाही की सुबह का समा है, यानी सुवखता है, अमृत वेले का ना समा है। यानी सवा पैर का जोड़ा समय उन्होंने सुबह कहते हैं। जो सवा पैर रात रह गए वो करीबन 3.5 घंटे जिस वे रात रही होवे उन्होंने सुबह का समा कहते, उन्होंने अमृत वेला भी कहते हैं। उसनूं ब्रह्म मुहूर्त दीयां घड़ियां भी कहा जाता है। इस करके भलके उठ हर नाम ते आवे, जिमें कभी सवेरे उठ के भलके उठ के सवेरे उठ के वही भाव आ जाता है। गुर सतगुर का जो सिख खाए सो भलके उठना उद्यम करे भलके प्रभाती। भलके हमेशा ही प्रभात वेले उठने का उद्यम करे।
ਉਹ ਇੱਥੇ ਫਰਮਾਰੇ ਸਵਾਹੀ ਕੀ ਸੁਭਾਹੀ ਸਵਖਤੇ ਹੀ। ਉਹ ਵੀ ਪਰਮੇਸ਼ਰ ਵਾਹਿਗੁਰੂ ਜੋ ਸਲਾਹੁਣੇ ਯੋਗ ਹੈ, ਉਹਨੂੰ ਸਲਾਹੁਣਾ ਚਾਹੀਦਾ। ਜਿਹਨੇ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਉੱਠ ਤੜਕੇ ਨਹਾ ਧੋ ਕੇ ਵਾਹਿਗੁਰੂ ਦੀ ਸਲਾਹੁਤਾ ਕਰਨੀ ਚਾਹੀਦੀ ਹੈ। ਜਿਨੇ ਧਿਆਇਆ ਇੱਕ ਮਨ, ਜਿਨ੍ਹਾਂ ਨੇ ਵੀ ਇਸ ਤਰ੍ਹਾਂ ਫਿਰ ਸਵਾ ਪਹਿਰ ਦੇ ਤੜਕੇ ਉੱਠ ਕੇ ਸੁਬਾਹ ਉੱਠ ਕੇ ਇੱਕ ਮਨ ਹੋ ਕੇ ਇਕਾਗਰ ਮਨ ਹੋ ਕੇ ਉਹ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਸੇ ਪੂਰੇ ਸਾਹ। ਉਹ ਜਿਹੜੇ ਮਨੁੱਖ ਹਨ ਦੁਨੀਆ ਦੇ ਵਿੱਚ ਪੂਰੇ ਸਾਹਾਂ ਵਾਲੇ, ਜਿਹੜੇ ਉਹਨਾਂ ਦੇ ਜਿਹੜੇ ਸਵਾਸ ਲਏ ਹੈ ਨਾ ਅੱਠਾਂ ਪਹਿਰ ਦੇ, ਫਿਰ ਪੂਰੇ ਸਫਲੇ। ਜਿਹੜੇ ਸਵਾ ਪਹਿਰ ਤੜਕੇ ਉੱਠ ਕੇ ਨਹਾ ਧੋ ਕੇ ਵਾਹਿਗੁਰੂ ਦਾ ਨਾਮ ਜਪਦੇ ਇੱਕ ਮਨ ਹੋ ਕੇ ਇਕਾਗਰ ਮਨ ਹੋ ਕੇ, ਉਹ ਪੂਰੇ ਸ਼ਾਹੂਕਾਰ ਵੀ ਹੈ। ਉਹਨਾਂ ਦੇ ਕੋਲ ਨਾਮ ਧਨ ਬਹੁਤਾ ਆ ਜਾਂਦਾ ਹੈ, ਕਿਉਂਕਿ ਸਵਾ ਪਹਿਰ 3.5 ਘੰਟੇ ਦਾ ਜਿਹੜਾ ਸਮਾਂ ਹੈ ਨਾਮ ਧਨ ਇਕੱਠਾ ਕਰਨ ਦਾ ਹੈ। ਇਹ ਇਸ ਤਰ੍ਹਾਂ ਜੇ ਨਹੀਂ ਕਰਦਾ ਹੈ, ਇਹ ਬਾਕੀ ਭਾਵੇਂ ਦੁਨਿਆਵੀ ਧਨ ਜਿੰਨੇ ਮਰਜ਼ੀ ਇਕੱਠਾ ਕਰ ਲਏ, ਸ਼ਾਹੂਕਾਰ ਨਹੀਂ ਹੈ। ਕਿਉਂਕਿ ਇਹ ਜਿਹੜਾ ਨਾਮ ਧਨ ਹੈ ਇਹਦੇ ਨਾਲ ਜਾਣ ਵਾਲਾ ਹੈ। ਉਹ ਜਿਹੜਾ ਧਨ ਇਹ ਸਾਰੀ ਦਿਹਾੜੀ ਤੇ ਸਾਰੀ ਰਾਤ ਮਰ ਕੇ ਇਕੱਠਾ ਕਰਦਾ ਹੈ, ਉਹ ਕੌਡੀ ਵੀ ਨਹੀਂ ਜਾਂਦਾ ਹੈ। ਇਸ ਕਰਕੇ ਉਹ ਧਨ ਨੂੰ ਜੇ ਮਨੁੱਖ ਇਕੱਠਾ ਕਰ ਲਏ, ਸ਼ਾਹੂਕਾਰ ਕੌਣ ਦਾ ਹੱਕਦਾਰ ਨਹੀਂ ਹੈ। ਇਹ ਜਿਹਦੇ ਕੋਲ ਨਾਮ ਧਨ ਹੈਗਾ ਹੈ ਉਹ ਪੂਰਾ ਸ਼ਾਹ ਹੈ। ਔਰ ਜਾਂ ਕਾ ਹਿਰਦਾ ਧਨ ਵਸੈ ਤਿਨ ਕਾ ਨਾਮ ਫਕੀਰ। ਜਿਨ੍ਹਾਂ ਦੇ ਹਿਰਦੇ ਵਿੱਚ ਧਨ ਦਾ ਕਹਿੰਦੇ ਫੁਰਨਾ ਵਸਦਾ, ਉਹਨਾਂ ਦਾ ਨਾਂ ਕਹਿੰਦੇ ਫਕੀਰ ਹੈ, ਕੰਗਾਲ ਹੈ। ਜਿਨ ਕਾ ਹਿਰਦਾ ਤੂੰ ਵਸੈ ਤੇ ਨਰਗੁਣੀ ਗਹੀਰ। ਇਹ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਅੰਦਰ ਤੂੰ ਨਾਮ ਰੂਪ ਕਰਕੇ ਵਸਦਾ ਹੈ, ਉਹ ਮਨੁੱਖ ਗੁਣਾਂ ਵਾਲੇ ਹੈ, ਗੁਣਾਂ ਦੇ ਗਹੀਰ